ਬੀਜੇਪੀ ਨੂੰ ਛੱਡ ਕੇ ਵੱਡੇ ਆਗੂ ਜਾ ਰਹੇ ਆ, ਪਰ ਕੌਨਫੀਡੈਂਸ ਬੜਾ ਕਮਾਲ ਦਾ, ਕਹਿੰਦੇ ਕਿ ਸਰਕਾਰ ਬਣਾਉਣੀ ਅਸੀਂ 2022 ਦੇ ਵਿੱਚ। ਉਹਦੀ ਜਿਹੜਾ ਨਾ ਜੀ ਹਰ ਅਸੰਭਵ ਚੀਜ਼ ਨੂੰ ਸੰਭਵ ਬਣਾਉਣ 'ਚ ਇੱਕ ਬੜਾ ਸਫਲ ਨੇਤਾ ਹੈ ਜੀ ਵਿਕਰਮ ਜੀ। ਮੈਂ ਇਹ ਬੇਨਤੀ ਤੁਹਾਨੂੰ ਕਰ ਰਿਹਾ, ਤੁਸੀਂ ਵਿਸ਼ਵਾਸ ਕਰੋ ਮੋਦੀ ਜੀ ਤੇ, ਤੁਸੀਂ ਵਿਸ਼ਵਾਸ ਕਰੋ ਜਿਹੜੀ ਅਮਿਤ ਸ਼ਾਹ ਹੈ ਬੜੇ ਕਾਬਿਲ ਇਸ ਦੇਸ਼ ਦੇ ਰਾਜਨੇਤਾ ਨੇ। ਸੋ ਉਹ ਐਸਾ ਨਹੀਂ ਹੁੰਦੇ ਨੇ ਕਿ ਪੰਜਾਬ ਨੂੰ ਬੀਜੇਪੀ ਦਾ ਜੋ ਅੱਜ ਹਾਲਾਤ ਹੈ ਉਹ ਹਾਲਾਤ ਰਹਿਣ ਦੇਣ। ਸਭ ਠੀਕ ਕਰਾਂਗੇ ਅਸੀਂ। ਅਨਿਲ ਜੋਸ਼ੀ ਹੁਣੀ ਕਦਾਵਰ ਨੇਤਾ ਬੀਜੇਪੀ ਦੇ ਅਨਿਲ ਜੋਸ਼ੀ ਹੁਣੀ ਛੱਡ ਕੇ ਚਲੇ ਗਏ। ਸਮੁੰਦਰ ਚੋਂ ਕਈ ਦਰਿਆ ਨਿਕਲ ਜਾਂਦੇ ਨੇ, ਸਮੁੰਦਰ ਚੋਂ ਕਈ ਨਦੀਆਂ ਨਿਕਲ ਜਾਂਦੀਆਂ ਨੇ, ਸਮੁੰਦਰ ਚੋਂ ਕਈ ਨਦੀ ਨਾਲੇ ਨਿਕਲ ਜਾਂਦੇ ਨੇ। ਕੋਈ ਸਮੁੰਦਰ ਨੂੰ ਫਰਕ ਪੈਂਦਾ ਯਾਰ? ਤੁਸੀਂ ਦੇਖਿਓ ਪੰਜਾਬ 'ਚ ਤਾਂ ਤੁਹਾਡਾ ਸਮੁੰਦਰ ਸਦਾ ਸੁੱਕਿਆ ਹੀ ਰਿਹਾ ਹੈ ਨਾ ਮਾਸਟਰ ਜੀ। ਪੰਜਾਬ 'ਚ ਇੱਕ ਸਮੁੰਦਰ ਦੀ ਵਾਸਤਵਿਕਤਾ ਦੇਖੋ, ਪੰਜਾਬ ਦੇ ਵਿੱਚ ਸਮੁੰਦਰ ਦੇ ਹਾਲਾਤ ਕੀ ਰਹੇ ਨੇ ਤੇ ਹੁਣ ਕੀ ਨੇ ਹਾਲਾਤ। ਜ਼ਿਆਦਤੀ ਕਰ ਰਹੇ ਹੋ, ਇਹ ਜ਼ਿਆਦਤੀ ਕਰ ਰਹੇ ਹੋ। ਕਦੇ ਵੀ ਸਮੁੰਦਰ ਨਹੀਂ ਸੁੱਕਿਆ, ਲੜਾਈਆਂ ਹੋ ਜਾਂਦੀਆਂ, ਕੋਈ ਗੱਲ ਨਹੀਂ ਹੈ। ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ। ਨੈਸ਼ਨਲ ਪਾਰਟੀ ਦੇ ਆਦਮੀ ਰੀਜਨਲ ਪਾਰਟੀ 'ਚ ਜਾਣ, ਇਹ ਬੜਾ ਇਹ ਸੁਸਾਈਡਲ ਕਦਮ ਹੈ ਉਹਨਾਂ ਦਾ, ਸੁਸਾਈਡਲ ਕਦਮ। ਅਸ਼ਵਨੀ ਜੀ ਉਸ ਲਈ ਜੰਮੇ ਹੀ ਨਹੀਂ ਸੀ ਜਿਸ ਟਾਈਮ ਮੈਂ ਜਨਸੰਘ ਦਾ ਜਨਰਲ ਸੈਕਟਰੀ ਸੀਗਾ। ਮੈਨੂੰ ਤੇ ਕੋਈ ਕਾਰਜਕਰਤਾ ਛੱਡ ਕੇ ਜਾਂਦਾ ਤੇ ਮੈਨੂੰ ਤੇ ਰੋਣ ਲੱਗ ਪੈਂਦਾ। ਮੈਂ ਤੇ ਅੰਦਰ ਵੜ ਕੇ ਰੋਣਾ, ਦਰਵਾਜ਼ਾ ਬੰਦ ਕਰਕੇ ਨਾ ਕੰਧਾਂ ਨਾਲ ਟੱਕਰਾਂ ਮਾਰ ਕੇ ਰੋਣ ਲੱਗ ਪੈਂਦਾ। ਮੈਂ ਇਹ ਤਾਂ ਸੋਚਣਾ ਅਸ਼ਵਨੀ ਸ਼ਰਮਾ ਨੇ ਉਹ ਇੱਕ ਤੋਂ ਇਸ ਤੋਂ ਪਹਿਲਾਂ ਜਿਹੜਾ ਪ੍ਰਧਾਨ ਬਣਿਆ ਸੀ ਨਾ ਜੀ, ਕੀ ਨਾਂ ਸੀ ਉਹਨਾਂ ਦਾ, ਸ਼ਵੇਤ ਮਲਿਕ, ਉਹਨਾਂ ਨੂੰ ਸੋਚਣਾ, ਮੈਨੂੰ ਨਹੀਂ ਸੋਚਣਾ। ਕਿਸਾਨਾਂ ਦੇ ਆਪਣੇ ਹਾਲਾਤ ਵੀ ਮਾੜੇ ਨੇ। ਇਹ ਕਿਸਾਨੀ ਅੰਦੋਲਨ ਸਮਾਜ ਲਈ ਵੀ ਗਲਤ ਜੇ, ਸਮਾਜ ਨੂੰ ਵੀ ਬੜਾ ਨੁਕਸਾਨ ਹੋ ਰਿਹਾ ਹੈ। ਬੀਜੇਪੀ ਨੂੰ ਤੇ ਨੁਕਸਾਨ ਹੋ ਹੀ ਰਿਹਾ ਹੈ, ਸਮਾਜ ਨੂੰ ਵੀ ਬੜਾ ਨੁਕਸਾਨ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਵਿਕਰਮ ਸਿੰਘ। 2022 ਦੇ ਚੋਣਾਂ ਨੂੰ ਲੈ ਕੇ ਤਿਆਰੀਆਂ तमाम ਪਾਰਟੀਆਂ ਨੇ ਖਿੱਚੀਆਂ ਹੋਈਆਂ ਨੇ। ਬੀਜੇਪੀ ਦਾਅਵਾ ਕਰ ਰਹੀ ਹੈ ਸਰਕਾਰ ਬਣਾਉਣ ਦਾ। ਬੀਜੇਪੀ ਦੇ ਹਾਲਾਤ ਕੀ ਨੇ ਗਰਾਊਂਡ ਦੇ ਉੱਪਰ ਉਹ ਤੁਹਾਨੂੰ ਸਭ ਨੂੰ ਪਤਾ ਹੈ, ਕਿਉਂਕਿ ਕਿਸਾਨ ਅੰਦੋਲਨ ਨੇ ਵੱਡੇ ਪੱਧਰ ਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਵੀ ਤੇ ਦੂਸਰੇ ਸੂਬਿਆਂ ਦੇ ਵਿੱਚ ਵੀ ਡੈਮੇਜ ਕੀਤਾ। ਪਰ ਬੀਜੇਪੀ ਦੇ ਆਗੂ ਬੜੇ ਕੌਨਫੀਡੈਂਸ ਦੇ ਨਾਲ ਦਾਅਵਾ ਕਰ ਰਹੇ ਨੇ ਕਿ ਅਸੀਂ ਸਰਕਾਰ ਬਣਾ ਰਹੇ ਹਾਂ 2022 ਦੇ ਵਿੱਚ 117 ਸੀਟਾਂ ਤੇ ਇਲੈਕਸ਼ਨ ਲੜਾਂਗੇ। ਗੱਲ ਕਹੀ ਜਾ ਰਹੀ ਹੈ, ਪਰ ਬੀਜੇਪੀ ਛੱਡ ਕੇ ਸੀਨੀਅਰ ਆਗੂ ਦੂਸਰੀਆਂ ਪਾਰਟੀਆਂ ਸ਼ਾਮਲ ਹੋ ਰਹੇ ਨੇ। ਕੋਈ ਅਕਾਲੀ ਦਲ ਜਾ ਰਿਹਾ ਤੇ ਕੋਈ ਆਮ ਆਦਮੀ ਪਾਰਟੀ 'ਚ। ਔਰ ਇਸੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮਾਸਟਰ ਮੋਹਨ ਲਾਲ ਜੀ ਸਾਡੇ ਨਾਲ ਜੁੜੇ ਨੇ, ਬੀਜੇਪੀ ਦੇ ਸੀਨੀਅਰ ਆਗੂ ਨੇ। ਮਾਸਟਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਬੜੀ ਕਿਰਪਾ ਜੀ ਤੁਹਾਡੀ ਪ੍ਰੋ ਪੰਜਾਬ ਟੀਵੀ ਨੂੰ। ਮੈਂ ਨਾ ਮੇਰੀਆਂ ਸ਼ੁਭ ਕਾਮਨਾਵਾਂ ਲਓ ਤੁਸੀਂ, ਪਹਿਲੇ ਜੀਂਦੇ ਰਹੋ ਤੁਸੀਂ। ਕਿਸ ਤਰ੍ਹਾਂ ਦੇਖਦੇ ਹੋ ਮਾਸਟਰ ਜੀ, ਬੀਜੇਪੀ ਗਰਾਊਂਡ ਤੇ ਕੀ ਹੈ? ਬੀਜੇਪੀ ਦੀ ਰਿਪੋਰਟ ਕੀ ਨਜ਼ਰ ਕੀ ਆ ਰਿਹਾ? ਬੀਜੇਪੀ ਨੂੰ ਛੱਡ ਕੇ ਵੱਡੇ ਆਗੂ ਜਾ ਰਹੇ ਆ, ਪਰ ਕੌਨਫੀਡੈਂਸ ਬੜਾ ਕਮਾਲ ਦਾ, ਕਹਿੰਦੇ ਕਿ ਸਰਕਾਰ ਬਣਾਉਣੀ ਅਸੀਂ 2022 ਦੇ ਵਿੱਚ। ਤੁਸੀਂ ਬੀਜੇਪੀ ਦੇ ਪ੍ਰਧਾਨ ਸਾਡੇ ਅਸ਼ਵਨੀ ਜੀ ਦਾ ਬਿਆਨ ਟੈਲੀਵਿਜ਼ਨ 'ਚ ਸ਼ਾਇਦ ਸੁਣਿਆ ਨਹੀਂ, ਮਿਸ ਕਰ ਗਏ ਤੁਸੀਂ। ਉਹਨਾਂ ਨੇ ਕਿਹਾ ਹੈ ਕਿ 117 ਸੀਟਾਂ ਤੇ ਚੁਣਾਵ ਲੜਾਂਗੇ। ਜਿਹੜੀਆਂ ਮੇਰੇ ਕੋਲ ਐਪਲੀਕੇਸ਼ਨਸ ਆਈਆਂ ਨੇ, ਇੱਕ ਕਾਂਸਟੀਚੁਐਂਸੀ 'ਚ 10-10 ਆਦਮੀ ਕੈਂਡੀਡੇਟ ਖੜੇ ਨੇ। ਲੜਾਈ ਹੋ ਰਹੀ ਹੈ, ਮੈਨੂੰ ਚੁਣਾਵ ਕਰਨ 'ਚ ਦਿੱਕਤ ਆ ਰਹੀ ਹੈ। ਅਸੀਂ 117 ਸੀਟਾਂ ਤੇ ਚੁਣਾਵ 'ਚ ਕੈਂਡੀਡੇਟ ਖੜੇ ਕਰਾਂਗੇ, 58 ਸੀਟਾਂ ਜਿੱਤਾਂਗੇ। ਔਰ ਮੈਂ ਅਸ਼ਵਨੀ ਸ਼ਰਮਾ ਪੰਜਾਬ ਪ੍ਰਦੇਸ਼ ਦਾ, ਇਸ ਬੜੇ ਪੰਜਾਬੀ ਸੂਬਾ ਸਰਹੱਦੀ ਸੂਬੇ ਦਾ ਚੀਫ ਮਿਨਿਸਟਰ ਬਣਾਂਗਾ। ਇਹ ਉਹਨਾਂ ਦੇ ਬਿਆਨ ਨੇ। ਕਿਸ ਤਰ੍ਹਾਂ ਦੇਖਦੇ ਹੋ ਫਿਰ ਇਸ ਬਿਆਨ ਨੂੰ? ਜੇ ਇਸ ਬਿਆਨ ਦਾ ਸਾਰ ਕੱਢਿਆ ਜਾਵੇ ਤਾਂ ਮਾਸਟਰ ਮੋਹਨ ਲਾਲ ਹੁਣੀ ਕੀ ਸੋਚਦੇ ਨੇ ਇਸ ਬਿਆਨ ਨੂੰ ਲੈ ਕੇ? ਨਹੀਂ ਠੀਕ ਹੈ। ਉਹ ਬੜੀ ਦੇਖੋ, ਕਿਸੇ ਕੋਲ ਕੈਡਰ ਹੈਗਾ ਹੋਰ ਕੋਈ? ਤੁਸੀਂ ਵਿਕਰਮ ਜੀ ਇੰਨੇ ਸਿਆਣੇ ਪੱਤਰਕਾਰ ਹੋ, ਤੁਹਾਨੂੰ ਲੱਗਦਾ ਹੈ ਕਿ ਕਿਸੇ ਪਾਰਟੀ ਕੋਲ ਇੰਨਾ ਕੈਡਰ ਹੈਗਾ, ਜਿੰਨਾ ਕੈਡਰ ਸਮਰਪਿਤ ਕੈਡਰ, ਔਰ ਐਸਾ ਕੈਡਰ ਜਿਹੜਾ ਭੁੱਖਾ ਪਾਣਾ ਬਿਨਾਂ ਸਵਾਰਥ ਤੋਂ 24 ਘੰਟੇ ਪਾਰਟੀ ਦੀ ਜੈ ਜੈਕਾਰ ਕਰਦਾ ਹੈ। ਇੱਕ ਬੂਥ ਤੇ ਅਸੀਂ 50-50 ਕਾਰਜਕਰਤਾ ਜਿਹੜੇ ਨੇ ਮਰਨ ਲਈ ਤਿਆਰ ਨੇ। ਭਾਰਤੀ ਜਨਤਾ ਪਾਰਟੀ ਇੱਕ ਕੈਡਰ ਬੇਸਡ ਪਾਰਟੀ ਹੈ, ਐਂਡ ਇਹ ਪਾਰਟੀ ਵਿਦ ਡਿਫਰੈਂਸ ਹੈ। ਸੋ ਉਸ ਪਾਰਟੀ ਦਾ ਵਿਸ਼ਵਾਸ ਕੋਈ ਮਿਥ ਤੇ ਖੜਾ ਨਹੀਂ ਹੈਗਾ। ਉਸ ਪਾਰਟੀ ਦਾ ਵਿਸ਼ਵਾਸ ਵਾਸਤਵਿਕਤਾ ਤੇ ਖੜਾ ਹੈ। ਕਿਸ ਪਾਰਟੀ ਕੋਲ 50-50 ਕਾਰਜਕਰਤਾ ਹੈ ਨੇ ਖੜੇ? ਸਿਰਫ ਬੀਜੇਪੀ ਕੋਲ ਖੜੇ। ਕਿੱਥੇ ਆ ਗਰਾਊਂਡ ਤੇ ਤਾਂ ਨਜ਼ਰ ਨਹੀਂ ਆਉਂਦੇ। ਵੱਡੇ ਪੱਧਰ ਤੇ ਤੁਹਾਡਾ ਵਿਰੋਧ ਹੋ ਰਿਹਾ ਮਾਸਟਰ ਜੀ। ਪਿਛਲੀ ਵਾਰ ਆਪਾਂ ਇੱਕ ਇੰਟਰਵਿਊ ਕੀਤਾ ਸੀ, ਜਦੋਂ ਤੁਸੀਂ ਕਿਹਾ ਸੀ ਕਿ ਮੈਨੂੰ ਪਿੱਛੇ ਪੈ ਗਏ ਸੀ ਬੰਦੇ, ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਮਾਰ ਕੇ ਕੀ ਕਰੋਗੇ ਤੁਸੀਂ। ਤਾਂ ਵੱਡੇ ਪੱਧਰ ਤੇ ਗਰਾਊਂਡ ਤੇ ਤਾਂ ਤੁਹਾਡਾ ਵਿਰੋਧ ਹੋ ਰਿਹਾ ਹੈ, ਤੇ ਦੂਸਰੇ ਬੰਨੇ ਸਰਕਾਰ ਬਣਾਉਣ ਦਾ ਦਾਅਵਾ ਠੀਕ ਨਹੀਂ ਲੱਗਦੀ ਗੱਲ ਇਹ।
ਵਿਕਰਮ ਜੀ, ਸਮੇਂ, ਸਥਾਨ, ਪ੍ਰਸਥਿਤੀਆਂ ਇਹ ਹਮੇਸ਼ਾ ਬਦਲਦੀ ਰਹਿੰਦੀਆਂ। ਇਹ ਇੱਕੋ ਜਿਹਾ ਨਹੀਂ ਰਹਿੰਦਾ। ਸਮੇਂ ਇੱਕੋ ਜਿਹਾ ਨਹੀਂ ਰਹਿੰਦਾ। ਸਮੇਂ ਦਾ ਪਹੀਆ ਚੱਲਦਾ ਰਹਿੰਦਾ, ਕਦੇ ਉੱਪਰ ਕਦੇ ਥੱਲੇ। ਅੱਜ ਕਿਸਾਨ ਅੰਦੋਲਨ ਤੇ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਬੈਕ ਫੁਟਿੰਗ ਤੇ ਹੈ, ਪਰ ਜਿਸ ਵੇਲੇ ਮੋਦੀ ਸਾਹਿਬ ਨੇ ਕਿਸਾਨਾਂ ਦਾ ਇਹ ਅੰਦੋਲਨ ਖੜਾ ਕਰ ਦੇਣਾ, ਇਹਨਾਂ ਕਿਸਾਨਾਂ ਨੇ ਮੋਦੀ ਦੀ ਜੈ ਜੈਕਾਰ ਕਰਦੇ ਹੋਏ ਨਾ ਜੀ ਸਾਰੇ ਬੀਜੇਪੀ ਦੇ ਝੰਡੇ ਚੁੱਕਣੇ ਨੇ। ਇਹ ਵੀ ਤੁਹਾਨੂੰ ਵਿਸ਼ਵਾਸ ਦਿਲਾ ਕਰਦੇ ਹਾਂ ਅਸੀਂ। ਮੋਦੀ ਜਿਹੜਾ ਨਾ ਜੀ, ਹਰ ਅਸੰਭਵ ਚੀਜ਼ ਨੂੰ ਸੰਭਵ ਬਣਾਉਣ ਚ ਇੱਕ ਬੜਾ ਸਫਲ ਨੇਤਾ ਹੈ ਜੀ। ਵਿਕਰਮ ਜੀ, ਮੈਂ ਇਹ ਬੇਨਤੀ ਤੁਹਾਨੂੰ ਕਰ ਰਿਹਾ, ਤੁਸੀਂ ਵਿਸ਼ਵਾਸ ਕਰੋ ਮੋਦੀ ਜੀ ਤੇ। ਤੁਸੀਂ ਵਿਸ਼ਵਾਸ ਕਰੋ, ਜਿਹੜੀ ਅਮਿਤ ਸ਼ਾਹ ਹੈ, ਬੜੇ ਕਾਬਿਲ ਇਸ ਦੇਸ਼ ਦੇ ਰਾਜਨੇਤਾ ਨੇ। ਸੋ ਉਹ ਐਸਾ ਨਹੀਂ ਹੋਣ ਦੇਣਗੇ ਕਿ ਪੰਜਾਬ ਨੂੰ ਬੀਜੇਪੀ ਦਾ ਜੋ ਅੱਜ ਹਾਲਾਤ ਹੈ ਉਹ ਹਾਲਾਤ ਰਹਿਣ ਦੇਣਗੇ। ਸਭ ਠੀਕ ਕਰਾਂਗੇ ਅਸੀਂ, ਤੁਹਾਡੇ ਦੁਆਰਾ ਹੀ ਕਰਨਾ ਵਿਕਰਮ ਜੀ। ਤੁਸੀਂ ਸਾਡੇ ਸਹਿਯੋਗੀ ਹੋ, ਤੁਹਾਡੇ ਦੁਆਰਾ ਹੀ ਠੀਕ ਕਰਨਾ, ਕਿਹੜੇ ਕਿਸੇ ਹੋਰ ਨੇ ਕਰਨਾ ਹੈ। ਗੱਲ ਤਾਂ ਮਾਸਟਰ ਜੀ ਇਹ ਆਉਂਦੀ ਹੈ ਕਿ ਜਦੋਂ ਸੱਚਾਈ ਤੋਂ ਪਾਸੇ ਹਟ ਕੇ ਗੱਲਾਂ ਹੁੰਦੀਆਂ ਨੇ, ਕਿਉਂਕਿ ਹੁਣ ਤੁਸੀਂ ਵੀ ਗਰਾਊਂਡ ਰਿਐਲਿਟੀ ਤੋਂ ਥੋੜਾ ਨਹੀਂ ਕਾਫੀ ਪਾਸੇ ਹਟ ਕੇ ਗੱਲਾਂ ਕਰ ਰਹੇ ਹੋ, ਕਿਉਂਕਿ ਗਰਾਊਂਡ ਦੀ ਰਿਐਲਿਟੀ ਵਾਸਤਵਿਕਤਾ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈ। ਗਰਾਊਂਡ ਦੇ ਉੱਪਰ ਲੋਕ ਪਿੰਡਾਂ 'ਚ ਵੜਨ ਨਹੀਂ ਦੇ ਰਹੇ, ਕੱਪੜੇ ਪਾੜ ਦਿੱਤੇ ਜਾਂਦੇ ਆ, ਇਹੋ ਜੀ ਕੰਡੀਸ਼ਨ ਬਣੀ। ਉਹ ਕਹਿੰਦੇ ਕਿ ਬੀਜੇਪੀ ਤਾਂ ਕਿਸਾਨਾਂ ਨੂੰ ਤਬਾਹ ਕਰਨ ਵਾਸਤੇ ਆਈ ਹੈ, ਬੀਜੇਪੀ ਦੀ ਸਰਕਾਰ। ਇਹ ਇਲਜ਼ਾਮ ਲੱਗਦੇ ਆ ਤੁਹਾਡੀ ਸਰਕਾਰ ਦੇ ਉੱਪਰ। ਔਰ ਦੂਸਰੇ ਬੰਨੇ ਤੁਸੀਂ ਇਹ ਕਹਿ ਰਹੇ ਹੋ ਕਿ ਸਭ ਚੀਜ਼ਾਂ ਠੀਕ ਹੋ ਜਾਣਗੀਆਂ। ਠੀਕ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਚੀਜ਼ਾਂ? ਕਿਸਾਨ ਕੋਈ ਬਗਾਨਾ ਥੋੜਾ ਜੀ, ਕਿਸਾਨ ਤੇ ਮੇਰਾ ਭਰਾ ਹੈ। ਕਿਸਾਨ ਬੀਜੇਪੀ ਦਾ ਹਿਤੈਸ਼ੀ ਹੈ। ਅੱਜ ਕਿਸੇ ਗੱਲ ਤੇ ਰੁੱਸ ਗਿਆ ਹੈ ਤੇ ਕੱਲ ਉਹਨੇ ਮੰਨ ਵੀ ਤੇ ਜਾਣਾ ਨਾ। ਕੋਈ ਸਾਰੀ ਉਮਰ ਭਰਾ ਲੜਦੇ ਹੀ ਥੋੜੇ ਰਹਿਣੇ ਨੇ, ਕਿਸੇ ਵੇਲੇ ਇੱਕ ਪਲੇਟਫਾਰਮ ਤੇ ਖੜੇ ਵੀ ਹੋਣਾ ਸੀ। ਕਿਸਾਨਾਂ ਦੇ ਹਿਤੈਸ਼ੀ ਹਾਂ ਅਸੀਂ, ਕਿਸਾਨਾਂ ਦੇ ਵਿਰੋਧੀ ਨਹੀਂ ਹੈਗੇ। ਤੁਸੀਂ ਇੱਕ ਅੱਧੇ ਆਦਮੀ ਦੀ ਬਿਆਨ ਦੇ ਉੱਤੇ ਤੁਸੀਂ ਸਾਰਾ ਕਨਕਲੂਜਨ ਇਹੀ ਨਾ ਕੱਢ ਲਓ ਕਿ ਸਾਰੇ ਹੀ ਕਿਸਾਨ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨੇ। ਸਾਰੇ ਹੀ ਕਿਸਾਨ ਸਾਡੇ ਨਾਲ ਨੇ, ਕਿਤੇ ਵੱਖਰੇ ਨਹੀਂ। ਟੈਂਪਰੇਰੀ ਤੌਰ ਤੇ ਅਸੀਂ ਇੱਕ ਦੂਜੇ ਤੇ ਚੀਟਾ ਕਸ਼ੀ ਕਰ ਰਹੇ ਹਾਂ। ਅੱਜ ਨਹੀਂ ਤੇ ਕੱਲ ਹਾਲਾਤ ਠੀਕ ਕਰ ਲਾਂਗੇ ਅਸੀਂ। ਅਸੀਂ ਕਰਨੇ ਠੀਕ, ਔਰ ਕਿਹੜੇ ਕਰਨੇ ਤੁਹਾਡੇ ਸਹਿਯੋਗ ਨਾਲ ਕਰਨੇ ਆ ਵਿਕਰਮ ਜੀ। ਪਰ ਅਨਿਲ ਜੋਸ਼ੀ ਹੁਣੀ, ਕਦਾਵਰ ਨੇਤਾ ਬੀਜੇਪੀ ਦੇ ਅਨਿਲ ਜੋਸ਼ੀ ਹੁਣੀ ਛੱਡ ਕੇ ਚਲੇ ਗਏ। ਉਹ ਤੱਕੜੀ ਫੜ ਲਈ ਹੱਥ ਦੇ ਵਿੱਚ, ਉਹਨਾਂ ਨੇ ਅਕਾਲੀ ਦਲ ਸ਼ਾਮਲ ਹੋ ਗਏ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਜਿਹੜੇ ਕੈਡਰ ਦੀ ਗੱਲ ਕਰ ਰਹੇ ਹੋ, ਸੀਨੀਅਰ ਆਗੂ ਜਿਹੜੇ ਆਰਐਸਐਸ ਦੇ ਮੈਂਬਰ ਰਹੇ, ਸਾਰੀਆਂ ਚੀਜ਼ਾਂ ਪਾਰਟੀ ਵਾਸਤੇ ਜੀ ਜਾਨ ਲਾਈ, ਉਹ ਲੋਕ ਤਾਂ ਛੱਡ ਕੇ ਚਲੇ ਗਏ ਤੁਹਾਡੀ ਪਾਰਟੀ ਨੂੰ। ਸਮੁੰਦਰ ਚੋਂ ਕਈ ਦਰਿਆ ਨਿਕਲ ਜਾਂਦੇ ਨੇ, ਸਮੁੰਦਰ ਚੋਂ ਕਈ ਨਦੀਆਂ ਨਿਕਲ ਜਾਂਦੀਆਂ ਨੇ, ਸਮੁੰਦਰ ਚੋਂ ਕਈ ਨਦੀ ਨਾਲੇ ਨਿਕਲ ਜਾਂਦੇ ਨੇ। ਕੋਈ ਸਮੁੰਦਰ ਨੂੰ ਫਰਕ ਪੈਂਦਾ ਯਾਰ ਵਿਕਰਮ ਜੀ? ਤੁਸੀਂ ਦੇਖਿਓ, ਕਿਆ ਭਾਰਤੀ ਜਨਤਾ ਪਾਰਟੀ ਅੰਤਰਰਾਸ਼ਟਰੀ ਸਤਰ ਦੇ ਉੱਤੇ ਸਭ ਤੋਂ ਜ਼ਿਆਦਾ ਜਿਸ ਦੇ ਮੈਂਬਰ ਨੇ, ਸਭ ਤੋਂ ਜ਼ਿਆਦਾ ਜਿਸ ਦੇ ਕਾਰਜਕਰਤਾ ਨੇ, ਸਭ ਤੋਂ ਸਮਰਪਿਤ ਪਾਰਟੀ ਦਾ ਕਾਰਜਕਰਤਾ ਹੈ, ਉਸ ਪਾਰਟੀ ਚੋਂ ਕੋਈ ਇੱਕਾ ਦੁੱਕਾ ਆਦਮੀ ਚਲੇ ਜਾਏ ਤੇ ਸਮੁੰਦਰ ਨੂੰ ਕੀ ਫਰਕ ਪੈਣਾ ਹੈ? ਬੂੰਦ ਦਾ ਸਮੁੰਦਰ 'ਚ ਕੀ ਅਸਤਿਤਵ ਹੈ? ਜਿਹੜੀ ਬੂੰਦ ਹੈ ਉਸ ਦਾ ਸਮੁੰਦਰ 'ਚ ਕੀ ਅਸਤਿਤਵ ਹੈ? ਪੰਜਾਬ 'ਚ ਤਾਂ ਤੁਹਾਡਾ ਸਮੁੰਦਰ ਸਦਾ ਸੁੱਕਿਆ ਹੀ ਰਿਹਾ ਹੈ ਨਾ ਮਾਸਟਰ ਜੀ। ਪੰਜਾਬ 'ਚ ਇੱਕ ਸਮੁੰਦਰ ਦੀ ਵਾਸਤਵਿਕਤਾ ਦੇਖੋ, ਪੰਜਾਬ ਦੇ ਵਿੱਚ ਸਮੁੰਦਰ ਦੇ ਹਾਲਾਤ ਕੀ ਰਹੇ ਨੇ ਤੇ ਹੁਣ ਕੀ ਨੇ ਹਾਲਾਤ। ਇਹ ਜ਼ਿਆਦਤੀ ਕਰ ਰਹੇ ਹੋ, ਇਹ ਜ਼ਿਆਦਤੀ ਕਰ ਰਹੇ ਹੋ। ਕਦੇ ਵੀ ਸਮੁੰਦਰ ਨਹੀਂ ਸੁੱਕਿਆ। ਦੇਖੋ ਤੁਹਾਡੇ 17 ਪ੍ਰਾਂਤਾਂ 'ਚ ਤੇ ਅੱਜ ਵੀ ਹਕੂਮਤ ਹੈ, ਕੇਂਦਰ 'ਚ ਸਾਡੀ ਹਕੂਮਤ ਹੈ। ਕਿਸੇ ਕੋਲ ਐਡਾ ਸਸ਼ਕਤ ਲੀਡਰ, ਤੁਸੀਂ ਸਾਰੇ ਝਾਤੀ ਮਾਰੋ ਸਾਰੇ ਦੇਸ਼ 'ਚ ਵਿਕਰਮ ਜੀ, ਸਾਰੇ ਦੇਸ਼ 'ਚ ਝਾਤੀ ਮਾਰੋ, ਹੈ ਕੋਈ ਲੀਡਰ ਮੋਦੀ ਜੀ ਦੇ ਮੁਕਾਬਲੇ? ਹੈ ਕੋਈ ਲੀਡਰ ਅਮਿਤ ਸ਼ਾਹ ਦੇ ਮੁਕਾਬਲੇ? ਤੇ ਨਾਲੇ ਜਿਹੜਾ ਅਨਿਲ ਜੋਸ਼ੀ ਹੈ, ਉਹ ਮੇਰਾ ਆਪਣਾ ਛੋਟਾ ਭਰਾ ਹੈ, ਮੇਰਾ ਪੁੱਤਰ ਹੈ। ਕੱਲ ਉਹਨੂੰ ਕੁਝ ਕਰਕੇ ਅਸੀਂ ਵਾਪਸ ਲੈ ਆਉਣਾ, ਕਿ ਐਡੀ ਕਿਹੜੀ ਗੱਲ ਹੈ? ਕੋਈ ਸਾਰੀ ਉਮਰ ਉਹਨਾਂ ਨੇ ਉੱਥੇ ਹੀ ਰਹਿਣਾ ਹੈ। ਹਾਂਜੀ, ਅੱਜ ਹਾਲਾਤ ਅਸੀਂ ਕਾਂਗਰਸ ਦੇ ਅਕਾਲੀਆਂ ਦੇ ਇਹਦੇ ਕਿਸਾਨਾਂ ਦੇ ਠੀਕ ਕਰ ਲਏ ਤੇ ਅਨਿਲ ਜੋਸ਼ੀ ਕਿਸਾਨਾਂ ਦੇ ਕਾਰਨ ਹੀ ਛੱਡ ਕੇ ਗਿਆ ਨਾ। ਜਿਸਲੇ ਅਸੀਂ ਹਾਲਾਤ ਠੀਕ ਕਰਕੇ, ਅਨਿਲ ਜੋਸ਼ੀ ਨੇ ਵੀ ਸਾਡੇ ਨਾਲ ਆ ਜਾਣਾ, ਸਾਈ ਨੇ ਵੀ ਆ ਜਾਣਾ, ਨੰਨੂ ਜਿਹੜਾ ਮੇਰਾ ਪੁੱਤਰ ਹੈ ਉਹਨੇ ਵੀ ਆ ਜਾਣਾ। ਆਪਣੇ ਬੱਚੇ ਹੀ ਨਾ, ਕੋਈ ਬਗਾਨੇ ਥੋੜੇ ਨਾ ਜੀ। ਨਹੀਂ ਚਲੋ, ਪੁੱਤਰ ਨੇ ਤੁਹਾਡੇ ਨੇ ਆ ਜਾਣਾ, ਪਰ ਪੁੱਤਰ ਨੂੰ ਰੋਕ ਲੈਣਾ ਸੀ ਫਿਰ ਵੀ। ਪੁੱਤਰ ਜਾਂਦਾ ਹੀ ਨਾ, ਗੁੱਸੇ ਹੋ ਕੇ ਚਲਾ ਗਿਆ ਪੁੱਤਰ ਤੁਹਾਡੇ ਤੋਂ। ਕਈ ਵਾਰੀ ਹੋ ਜਾਂਦਾ ਜੀ, ਪੁੱਤਰ ਲੜਾਈ ਨਹੀਂ ਕਰ ਲੈਂਦਾ, ਪਿਓ ਨਾਲ ਲੜ ਜਾਂਦਾ। ਯਾਰ ਐਡੀ ਕਿਹੜੀ ਗੱਲ ਹੈਗੀ ਹੈ ਵਿਕਰਮ? ਕਈ ਵਾਰੀ ਪੁੱਤਰ ਲੜਾਈ ਕਰ ਲੈਂਦਾ, ਕਿਸੇ ਵੇਲੇ ਟਕਰਾਵ ਘਰ 'ਚ ਹੋ ਜਾਂਦਾ, ਭਾਂਡੇ ਖੜਕ ਜਾਂਦੇ ਨੇ, ਲੜਾਈਆਂ ਹੋ ਜਾਂਦੀਆਂ। ਕੋਈ ਗੱਲ ਨਹੀਂ ਹੈ, ਅਸੀਂ ਉਹਨਾਂ ਨੂੰ ਵਾਪਸ ਲਿਆਵਾਂਗੇ। ਨੈਸ਼ਨਲ ਪਾਰਟੀ ਦੇ ਆਦਮੀ ਰੀਜਨਲ ਪਾਰਟੀ 'ਚ ਜਾਣ, ਇਹ ਬੜਾ ਇਹ ਸੁਸਾਈਡਲ ਕਦਮ ਹੈ ਉਹਨਾਂ ਦਾ, ਸੁਸਾਈਡਲ ਕਦਮ ਹੈ। ਉਹ ਕਹਿੰਦੇ ਸਾਨੂੰ ਤਾਂ ਸਿੱਖਣ ਨੂੰ ਬਹੁਤ ਮਿਲਿਆ ਪ੍ਰਕਾਸ਼ ਸਿੰਘ ਬਾਦਲ ਹੁਣਾਂ ਕੋਲੋਂ, ਇਹ ਗੱਲ ਕਹਿ ਕੇ ਚਲੇ ਗਏ ਨੇ।
ਇਹਦੇ ਚ ਕੋਈ ਸ਼ੱਕ ਨਹੀਂ। ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਕੱਦ ਦਾ ਆਦਮੀ ਤੇ ਦੁਨੀਆ 'ਚ, ਮੈਂ ਵੀ ਤੇ ਉਹਨੂੰ ਆਪਣਾ ਪਿਓ ਮੰਨਣਾ ਬਾਦਲ, ਮੈਂ ਸੁਖਵੀਰ ਨੂੰ ਆਪਣਾ ਭਰਾ ਮੰਨਣਾ ਛੋਟਾ। ਔਰ ਜਿੰਨੀ ਇੱਜ਼ਤ ਇਸ ਪੰਜਾਬ ਦੀ ਰਾਜਨੀਤੀ 'ਚ ਸੁਖਵੀਰ ਔਰ ਮਜੀਠੀਆ ਮੇਰੀ ਕਰਦੇ ਨੇ, ਮੇਰਾ ਖਿਆਲ ਹੈ ਦੁਨੀਆ 'ਚ ਕਿਸੇ ਦੀ ਰਾਜਨੀਤੀ 'ਚ ਇੰਨੀ ਇੱਜ਼ਤ ਨਹੀਂ ਕਰਦੇ ਜਿੰਨੇ ਸੁਖਵੀਰ ਬਾਦਲ ਔਰ ਮਜੀਠੀਆ ਮੇਰੀ ਇੱਜ਼ਤ ਕਰਦੇ ਨੇ। ਅੱਛਾ, ਤੁਹਾਨੂੰ ਕਾਲ ਨਹੀਂ ਆਇਆ ਫਿਰ ਮਾਸਟਰ ਜੀ? ਤੁਹਾਨੂੰ ਨਹੀਂ ਉਹਨਾਂ ਨੇ ਪੁੱਛਿਆ ਫੋਨ ਕਰਕੇ ਵੀ ਮਾਸਟਰ ਜੀ ਤੁਸੀਂ ਵੀ ਆ ਜਾਓ, ਅਕਾਲੀ ਦਲ 'ਚ ਸ਼ਾਮਲ ਹੋ ਜਾਓ? ਅਕਾਲੀ ਦਲ ਪੁੱਛਿਆ ਕਿਹੜਾ ਨਹੀਂ ਉਹਨਾਂ ਬਗਾਨਾ ਨੇ? ਹੈ ਵਿਕਰਮ ਜੀ? ਅਕਾਲੀ ਦਲ ਕਿਹੜਾ ਬਗਾਨਾ ਹੈ? ਅਸੀਂ ਯਾਰ 1967 ਚ, ਮੈਂ ਉਸ ਵੇਲੇ ਨਿੱਕਾ ਜਿੰਨਾ ਮੁੰਡਾ ਹੁੰਦਾ ਸੀਗਾ, 15-16 ਸਾਲ ਦਾ, ਯੁਵਾ ਮੋਰਚੇ 'ਚ ਕੰਮ ਕਰਦਾ ਸੀਗਾ। ਅਸੀਂ ਅਕਾਲੀ ਪਾਰਟੀ ਨਾਲ ਅਲਾਈਅੰਸ ਕੀਤਾ, ਗੁਰਨਾਮ ਸਿੰਘ ਨੂੰ ਚੀਫ ਮਿਨਿਸਟਰ ਬਣਾਇਆ ਪੰਜਾਬ ਦਾ। ਔਰ ਦੁਰਭਾਗੇ ਸਾਡਾ ਕਿ ਸਾਨੂੰ ਉਹ ਲਕਸ਼ਮਣ ਸਿੰਘ ਗਿੱਲ ਸਾਨੂੰ ਛੱਡ ਕੇ ਚਲੇ ਗਿਆ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਬਈ ਗੁਰਨਾਮ ਸਿੰਘ ਨੂੰ ਚੀਫ ਮਿਨਿਸਟਰ ਬਣਾ ਕੇ ਰੱਖੀਏ। ਗੜਬੜ ਹੋ ਗਈ, ਚਲੋ ਕਿਸੇ ਕੋਲੋਂ ਗਲਤੀ ਹੋ ਗਈ। ਹੁਣ ਤੁਸੀਂ ਇਹ ਕਨਕਲੂਜਨ ਨਾ ਕੱਢੋ ਕਿ ਬੀਜੇਪੀ ਦੇ ਅਕਾਲੀਆਂ ਨਾਲ ਕੋਈ ਛਤੁਰਾਨਾ ਸੰਬੰਧ ਹੋ ਗਏ, ਦੁਸ਼ਮਣੀ ਸੰਬੰਧ ਹੋ ਗਏ। ਨਾ 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 ਨਾ, ਦੁਸ਼ਮਣੀ ਸੰਬੰਧ ਨਹੀਂ ਹੈਗੇ। ਅਸੀਂ ਸਾਰੇ ਇੱਕ ਪਰਿਵਾਰ ਦੇ ਹਿੱਸੇ ਰਹੇ ਹਾਂ, ਬੜੀ ਦੇਰ ਹਿੱਸੇ ਰਹੇ ਹਾਂ, 67 ਤੋਂ ਲੈ ਕਰਕੇ ਕਿੰਨੀ ਦੇਰ ਤੱਕ ਤੁਸੀਂ ਗਵਾਓ। ਤੁਸੀਂ ਉਸ ਵੇਲੇ ਜੰਮੇ ਨਹੀਂ ਹੋਗੇ ਜਿਸ ਵੇਲੇ ਅਸੀਂ ਉਹਨਾਂ ਨਾਲ ਅਲਾਈਅੰਸ ਕੀਤਾ ਸੀ। ਔਰ ਸੁਖਵੀਰ ਮੇਰੇ ਹੱਥਾਂ 'ਚ ਜੰਮਿਆ, ਸਭ ਕੁਝ ਇਹੀ ਹੋਇਆ। ਇੰਨੀ ਇੱਜ਼ਤ ਮਾਨ ਸਮਾਨ ਸੁਖਵੀਰ ਜੋ ਮੈਨੂੰ ਕਰਦਾ ਹੈ, ਇਹ ਵੱਖਰੀ ਗੱਲ ਹੈ। ਪਰ ਪਾਰਟੀ ਮੇਰੀ ਵੱਖਰੀ ਹੈ। ਮੈਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਨਾ, ਉਹ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ 'ਚ। ਮੈਂ ਭਾਰਤੀ ਜਨਤਾ ਪਾਰਟੀ ਦਾ ਜਨਮਦਾਤਾ, ਮੈਂ ਜਨਸੰਘ ਦੇ ਜਨਮਦਾਤਾ। ਮੈਂ ਇਹਨਾਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ 'ਚ, ਅੰਦੋਲਨਾਂ 'ਚ ਆਪਣੇ ਆਪ ਨੂੰ ਝੋਂਕਿਆ। ਐਮਰਜੈਂਸੀ 'ਚ ਅਸੀਂ ਅੰਦਰ ਰਹੇ ਹਾਂ, ਪੁਲਿਸ ਦੀਆਂ ਲਾਠੀਆਂ ਕਈ ਅੰਦੋਲਨਾਂ 'ਚ ਖਾਧੀਆਂ। ਤੁਸੀਂ ਮੇਰੇ ਦੰਦ ਦੇਖ ਲਓ, ਸਾਰੇ ਦੇ ਸਾਰੇ ਪੁਲਿਸ ਨੇ ਤੋੜਿਆ, ਮੇਰੀਆਂ ਲੱਤਾਂ ਤੋੜੀਆਂ, ਮੇਰੇ ਸਿਰ ਤੇ ਅਜੇ ਵੀ ਨਿਸ਼ਾਨ ਨੇ ਲਾਠੀਆਂ ਦੇ। ਸਾਨੂੰ ਇਹ ਪਾਰਟੀ ਖੜੀ ਕੀਤੀ ਹੈ ਜਿਨ੍ਹਾਂ ਨੂੰ, ਇਹ ਅਸੀਂ ਇਹ ਸੋਚ ਨਹੀਂ ਨਾ ਸਕਦੇ ਅਕਾਲੀ ਪਾਰਟੀ 'ਚ ਜਾਣ 'ਚ। ਕਿਵੇਂ ਸੋਚਾਂਗੇ ਯਾਰ? ਭਾਵੇਂ ਛੋਟਾ ਭਰਾ ਹੀ ਹੈ ਸੁਖਵੀਰ ਮੇਰਾ, ਭਾਵੇਂ ਛੋਟਾ ਭਰਾ ਹੀ ਹੈ ਮਜੀਠੀਆ ਮੇਰਾ, ਪਰ ਅਸੀਂ ਆਪਣੀ ਪਾਰਟੀ, ਆਪਣੀ ਮਾਂ ਤੋਂ ਨਹੀਂ ਨਾ ਛੱਡ ਸਕਦੇ। ਆਪਣੀ ਮਦਰ ਪਾਰਟੀ ਹੈ ਜਿਸ ਨੂੰ ਅਸੀਂ ਆਪਣੇ ਖੂਨ ਨਾਲ ਸਿੰਚਿਆ, ਉਹਨੂੰ ਨਹੀਂ ਛੱਡ ਸਕਦੇ ਯਾਰ ਅਸੀਂ। ਔਰ ਫਿਰ ਨਹੀਂ, ਚਲੋ ਪਾਰਟੀ ਨੂੰ ਤੁਸੀਂ ਮਾਂ ਕਹਿ ਰਹੇ ਹੋ, ਠੀਕ ਹੈ। ਜੀ ਜੀ ਵਿਕਰਮ ਮੇਰੇ ਛੋਟੇ ਵੀਰੇ ਛੁਣੀ, ਮੇਰੀ ਉਮਰ 70 ਸਾਲ ਦੀ ਹੋ ਗਈ ਹੈ। ਹੁਣ ਆਖਰੀ ਵੇਲੇ ਮੈਂ ਮੁਸਲਮਾਨ ਬਣ ਜਾਵਾਂ, ਕੋਈ ਚੰਗੀ ਥੋੜੀ ਗੱਲ ਲੱਗਦੀ ਹੈ। ਕੀ ਕਹਿਣਗੇ ਲੋਕੀ? ਦੇਖੋ ਮਾਸਟਰ ਨੇ, ਮੁਸਲਮਾਨ ਬਣਨ ਵਾਲੀ ਤਾਂ ਗੱਲ ਨਹੀਂ ਮੇਰੇ ਖਿਆਲ ਦੇ ਵਿੱਚ ਕੋਈ। ਹਾਂਜੀ, ਮੁਸਲਮਾਨ ਬਣਨ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਕੋਈ। आखिरी वक्त क्या, एक मुहावरा नहीं है सुने तुझे? आखिरी वक्त क्या हम खाक मुसलमान होंगे, आखिरी वक्त क्या हम खाक मुसलमान होंगे, ये मैं कहा। मतलब जोशी हुणी मुसलमान हो गए ने हुण? कौन जी? जोशी हुणी बाकी ने नहीं जी, मैं ते मुहावरा यूज कर रहा हूं, मुसलमान होना थोड़ा कह रहा मैं। मुसलमान होने का मतलब धर्म परिवर्तन थोड़ा इस वेले करना सी, कोई गल नहीं है। चलो मास्टर जी एक सवाल मेरा इस ਨੂੰ ਲੈ ਕੇ ਹੈ ਜੀ। ਕਰਿਓ ਸਵਾਲ, ਜਿੰਨੇ ਮਰਜ਼ੀ ਸਵਾਲ ਕਰੋ। ਮੈਨੂੰ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ, ਅਸ਼ਵਨੀ ਸ਼ਰਮਾ ਹੋਣਾ ਦੀ ਪ੍ਰਧਾਨਗੀ ਦੇ ਵਿੱਚ ਦੋਸ਼ ਇਹ ਲੱਗਦੇ ਰਹੇ ਆ ਕਿ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਦੇ ਕਾਰਨ ਜਿਹੜਾ ਕੈਡਰ ਸੀਗਾ ਉਹ ਛੱਡ ਕੇ ਜਾ ਰਿਹਾ ਬੀਜੇਪੀ ਨੂੰ, ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਇੱਕ ਸ਼ਖਸ ਦੇ ਕਰਕੇ? ਤੁਹਾਨੂੰ ਲੱਗਦੀਆਂ ਨੇ ਇਹ ਚੀਜ਼ਾਂ? ਇਹ ਅੱਛਾ ਵਿਕਰਮ ਜੀ, ਤੁਸੀਂ ਇਹ ਸਵਾਲ ਅਸ਼ਵਨੀ ਤੋਂ ਪੁੱਛੋ। बड़े सशक्त, सर्वशक्तिमान, सर्वसत्ता संपन्न जो वाई भारतीय जनता पार्टी ਦੇ योग्य अध्यक्ष बने ने, ਇਹ ਪ੍ਰਸ਼ਨ ਉਹਨਾਂ ਨੂੰ ਕਰੋ ਕਿ ਚਿੰਤਨ ਕਰੋ, ਤੁਹਾਨੂੰ ਛੱਡ ਕਰਕੇ ਤੁਹਾਡੇ ਹੀ ਆਦਮੀ ਕਿਉਂ ਜਾ ਰਹੇ ਨੇ? ਇਹ ਅਸ਼ਵਨੀ ਬਿਹਤਰ ਜਵਾਬ ਦੇ ਸਕਦਾ ਹੈ। ਮਾਸਟਰ ਮੋਹਨ ਲਾਲ ਤੇ 12 ਸਾਲ ਦਾ ਬੈਠਾ ਚੁੱਪ ਕਰਕੇ ਆਪਣੀ ਕਲਮ ਕਿਤਾਬ ਫੜ ਕਰਕੇ ਆਪਣੇ ਆਫਿਸ 'ਚ ਕਿਤਾਬਾਂ ਪੜ੍ਹੀ ਜਾਂਦਾ ਹੈ, 12 ਸਾਲ। ਔਰ ਜਿਹੜੀ ਤੁਸੀਂ ਉਹ ਗੱਲ ਕਹੀ ਹੈ ਨਾ ਕਿ ਵੀ ਤੁਸੀਂ ਆ ਜਾਓ ਅਕਾਲੀ ਦਲ 'ਚ, ਜੇ ਮੈਂ ਜਾਣਾ ਹੁੰਦਾ ਤੇ 12 ਸਾਲ ਪਹਿਲੇ ਚਲੇ ਜਾਂਦਾ। ਉਸ ਵੇਲੇ ਮੈਂ ਜਵਾਨ ਵੀ ਸੀਗਾ, 52 ਸਾਲ ਦਾ ਹੀ, 59 ਸਾਲ ਦਾ ਹੀ ਸੀ ਨਾ ਉਸ ਵੇਲੇ ਮੈਂ ਚਲੇ ਜਾਂਦਾ। ਮੈਨੂੰ ਲੋਕੀ ਸਵੀਕਾਰ ਵੀ ਕਰ ਲੈਂਦੇ ਦੂਸਰੀਆਂ ਪਾਰਟੀਆਂ ਕਿ ਚਲੋ ਵੀ ਜਵਾਨ ਆਦਮੀ ਆਇਆ। ਹੁਣ 70 ਸਾਲ ਦੇ ਆਦਮੀ ਨੇ ਅਕਾਲੀਆਂ 'ਚ ਜਾਣਾ ਹੈ। ਮੈਨੂੰ ਨਹੀਂ ਸਮਝ ਲੱਗਦੀ ਕਿ ਮੇਰੀ ਕੀ ਤਨਾਈ ਹੋਏਗੀ ਜਿਸ ਪਾਰਟੀ ਨੇ ਮਾਸਟਰ ਮੋਹਨ ਲਾਲ ਨੂੰ ਕੈਬਨਿਟ ਮੰਤਰੀ ਬਣਾਇਆ। ਮੈਂ ਤੇ ਸਕੂਲ ਦਾ ਮਾਸਟਰ ਸੀ, ਪਠਾਨਕੋਟ 'ਚ ਰੇਹੜੀ ਲਾਉਣ ਵਾਲਾ ਸੀਗਾ,
2 ਟਕੇ ਦੀ ਮੂੰਗਫਲੀ ਵੇਚਦਾ ਸੀ, ਪਾਰਟੀ ਨੇ ਕੈਬਨਿਟ ਮਿਨਿਸਟਰ ਬਣਾਤਾ, ਚੰਗਾ, ਉਹਦਾ ਦੇਣ ਨਹੀਂ ਦੇ ਸਕਦਾ ਮੈਂ ਪਾਰਟੀ ਦਾ ਦੇ। ਅਸ਼ਵਨੀ ਸ਼ਰਮਾ ਜੋ ਕੁਝ ਕਰ ਰਿਹਾ ਹੈ ਉਹ ਚਿੰਤਾ ਦਾ ਵਿਸ਼ੇ ਉਸ ਦਾ ਹੈ, ਮੇਰਾ ਨਹੀਂ, ਉਹਨਾਂ ਨੂੰ ਕਰਨਾ ਚਾਹੀਦਾ। ਨਹੀਂ ਫਿਰ ਵੀ ਕਿਉਂਕਿ ਪਾਰਟੀ ਨੇ ਬਹੁਤ ਕੁਝ ਦਿੱਤਾ, ਤੁਸੀਂ ਆਪ ਵੀ ਜ਼ਿਕਰ ਕੀਤਾ ਹੈ, ਫਿਰ ਵੀ ਤੁਹਾਨੂੰ ਕੀ ਲੱਗਦਾ, ਮਤਲਬ ਕੋਈ ਸਲਾਹ ਮਸ਼ਵਰਾ ਜਾਂ ਕਮੀਆਂ ਪੇਸ਼ੀਆਂ ਵਾਕਈ ਰਹਿ ਰਹੀਆਂ ਨੇ, ਜਾਂ ਉਹ ਤਾਂ ਕਹਿ ਰਹੇ ਨੇ ਬਿਲਕੁਲ ਠੀਕ ਦਿਸ਼ਾ 'ਚ ਕੰਮ ਕਰ ਰਹੇ ਹਾਂ? ਹਰਜੀਤ ਗਰੇਵਾਲ ਹੋਣੀ ਵੀ ਕਹਿੰਦੇ ਕਿ ਠੀਕ ਦਿਸ਼ਾ 'ਚ ਕੰਮ ਕਰ ਰਹੇ ਹਾਂ, ਅਸੀਂ ਤਾਂ ਕਹਿੰਦੇ ਕਿ ਗਰਾਊਂਡ ਤੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕੋਈ ਗੱਲ ਨਹੀਂ, ਠੀਕ ਕਰ ਲਾਂਗੇ ਅਸੀਂ, ਇਹ ਗੱਲ ਕਹਿ ਰਹੇ ਨੇ। ਦੇਖੋ, ਹਰਜੀਤ ਗਰੇਵਾਲ ਮੇਰੇ ਤੋਂ ਸੀਨੀਅਰ ਲੀਡਰ, ਗੁਰਜੀਤ ਜੈਨੀ ਮੇਰੇ ਤੋਂ ਸੀਨੀਅਰ ਲੀਡਰ, ਅਸ਼ਵਨੀ ਸ਼ਰਮਾ ਮੇਰੇ ਤੋਂ ਕਿਤੇ ਕੱਦ 'ਚ, ਯੋਗਤਾ 'ਚ, ਕਰਮਠਤਾ 'ਚ, ਮੈਂ ਕਿਹਾ ਜੀ ਉਹਨਾਂ ਦੀ ਯੋਗਤਾ ਦੇ ਉੱਤੇ ਤੇ ਮੇਰੇ ਖਿਆਲ ਹੈ ਹਿੰਦੁਸਤਾਨ ਦਾ ਕੋਈ ਆਦਮੀ ਸ਼ੱਕ ਹੀ ਨਹੀਂ ਕਰ ਸਕਦਾ ਇਹਨਾਂ ਲੀਡਰਾਂ ਦੀ ਇਕਦਾਰ ਤੇ। ਤੁਸੀਂ ਫਿਰ ਮੇਰੇ ਕੋਲੋਂ ਉਹਨਾਂ ਦੇ ਬਾਰੇ 'ਚ ਕਿਉਂ ਕਹਾਉਂਦੇ ਹੋ ਕਿ ਵੀ ਉਹ ਠੀਕ ਕਰਨੇ? ਮੈਨੂੰ ਯਕੀਨ ਹੈ ਕਿ ਬੀਜੇਪੀ ਇਹਨਾਂ ਹਾਲਾਤ ਨੂੰ ਠੀਕ ਕਰੇ, ਮੈਨੂੰ ਵਿਸ਼ਵਾਸ ਹੈ। ਉਹ ਮੇਰੇ ਬਾਰੇ 'ਚ ਜੋ ਮਰਜ਼ੀ ਕਹੀ ਜਾਣ, ਮੈਂ ਉਹਨਾਂ ਦੇ ਪ੍ਰਤੀ ਪੂਰੀ ਸ਼ਰਧਾ, ਇੱਜ਼ਤ, ਮਾਨ ਸਨਮਾਨ ਨਾਲ ਇਹ ਕਹਾਂਗਾ ਕਿ ਚਿੰਤਨ ਬੈਠ ਕਰਕੇ ਜ਼ਰੂਰ ਕਰੋ, ਚਿੰਤਨ ਕਰੋ, ਆਪਣਾ ਘਰ ਸੰਭਾਲੋ, ਆਪਣੇ ਭਾਂਡੇ ਖੜਕਣ ਨਾ ਦਿਓ, ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦਾ ਮੌਕਾ ਨਾ ਦਿਓ। ਮੈਂ ਮਾੜੀ ਗੱਲ ਤੇ ਕੋਈ ਕਹਿੰਦਾ ਹੀ ਨਹੀਂ। ਠੀਕ ਹੈ। ਜੋਸ਼ੀ ਹੁਣੀ ਜਦੋਂ ਛੱਡ ਕੇ ਗਏ ਨੇ ਮਾਸਟਰ ਜੀ, ਪੁਰਾਣੇ ਸਾਥੀ ਨੇ ਤੁਹਾਡੇ, ਜੋਸ਼ੀ ਹੁਣਾਂ ਨਾਲ ਗੱਲ ਨਹੀਂ ਹੋਈ ਤੁਹਾਡੀ? ਹੋਈ ਹੈ ਜੀ, ਕਿਉਂ ਨਹੀਂ ਹੋਈ? ਮੇਰੀ ਬੜੀਆਂ ਬੱਲੀਆਂ ਲੰਬੀਆਂ ਗੱਲਾਂ ਟੈਲੀਫੋਨ ਤੇ ਹੋਈਆਂ। ਉਹ ਤੇ ਅਸ਼ਵਨੀ ਪੱਕੇ ਯਾਰ ਦੋਸਤ ਸੀਗੇ, ਤੁਹਾਨੂੰ ਪਤਾ ਨਹੀਂ ਹੈ। 40-40 ਮਿੰਟ ਅਸ਼ਵਨੀ ਜੀ ਦੇ ਹੱਕ 'ਚ ਇੱਥੇ ਭਾਸ਼ਣ ਵੀ ਕਰਕੇ ਜਾਂਦੇ ਰਹੇ ਨੇ। ਇਸ ਨਗਰ ਪਾਲਿਕਾ ਜਿਹੜੇ ਹੁਣੇ 15-20 ਦਿਨ ਪਹਿਲੇ ਨਗਰ ਪਾਲਿਕਾ ਦੇ ਚੁਣਾਵ ਹੋਏ ਨੇ, ਨਗਰ ਨਿਗਮ ਦੇ ਚੁਣਾਏ ਨੇ, ਅਸ਼ਵਨੀ ਜੀ ਨੇ ਆਪਣਾ ਵਿਸ਼ਵਸਨੀय ਆਦਮੀ ਸਮਝ ਕਰਕੇ, ਸਭ ਤੋਂ ਚੰਗਾ ਛਾਤੀ ਨਾਲ ਲੱਗਣ ਵਾਲਾ ਯਾਰ ਸਮਝ ਕਰਕੇ ਜਿਹਨੂੰ ਪ੍ਰਭਾਰੀ ਬਣਾਇਆ ਹੈ। ਇਹ ਤੇ ਅਸ਼ਵਨੀ ਜਵਾਬ ਦੇ ਸਕਦਾ ਨਾ ਕਿ ਉਹ ਨਾਰਾਜ਼ ਹੋ ਗਿਆ ਉਹਦੇ ਕੋਲੋਂ, ਕਿਉਂ ਪਾਰਟੀ ਕੋਲੋਂ ਨਾਰਾਜ਼ ਹੋ ਗਿਆ। ਇਹ ਤੇ ਜਵਾਬ ਅਸ਼ਵਨੀ ਨੂੰ ਦੇਣਾ ਚਾਹੀਦਾ ਨਾ ਜੀ। ਕੱਲ ਮੇਰਾ ਨਾ ਜੀ ਇੱਥੇ ਲੋਕਲ ਇੱਕ ਲੋਕਲ ਮੇਰਾ ਸੀਗਾ ਜੀ, ਕਾਉਂਸਲਰ ਸੀ ਮੇਰਾ, 5-6 ਵਾਰੀ ਵਿਚਾਰਾ ਕਾਉਂਸਲਰ ਰਿਹਾ। ਉਹਦੇ ਨਾਲ ਮੈਂ ਮਿਲਣ ਗਿਆ, ਕਾਕਾ ਤੂੰ ਵਾਪਸ ਆ ਜਾ, ਤੂੰ ਕਿਉਂ ਜਾ ਰਿਹਾ ਦੂਜੀਆਂ ਪਾਰਟੀਆਂ 'ਚ, ਕਾਂਗਰਸ ਕਿਉਂ ਗਿਆ ਤੂੰ? ਕਹਿੰਦੇ ਜੀ ਮੈਨੂੰ ਤੇ ਮੇਰੀ ਪਾਰਟੀ ਦੇ ਕਾਰਜਕਰਤਾ ਨੇ ਮਾਰ ਹੀ ਦਿੱਤਾ ਮੈਨੂੰ, ਤੇ ਜਿਹੜੇ ਪ੍ਰਧਾਨ ਬਣੇ ਦੇ ਨੇ ਪਾਰਟੀ। ਹੁਣ ਇਹ ਤੇ ਪਾਰਟੀ ਦੇ ਪ੍ਰਧਾਨ ਨੇ ਸੋਚਣਾ ਜਿਹਨੇ ਪਾਰਟੀ ਇੱਕ ਰੱਖਣੀ। ਮੈਨੂੰ ਤੇ ਅਸ਼ਵਨੀ ਨੇ ਹੁਕਮ ਕਰਤਾ ਕਿ ਮਾਸਟਰ ਜੀ ਤੁਸੀਂ ਹੁਣ 12 ਸਾਲ ਘਰ ਬਹਿ ਜਾਓ ਚੁੱਪ ਕਰ, ਬੁੱਢੇ ਹੋ ਗਏ ਹੋ, ਦਾਦਾ ਬਣ ਗਏ ਹੋ ਤੁਸੀਂ, ਹੁਣ ਦਾਦੇ ਦਾ ਰੋਲ ਤਿਆਰ ਕਰੋ। ਮੈਂ ਕਿਹਾ ਚੰਗਾ ਭਰਾ, ਦਾਦੇ ਦਾ ਤੇ ਇੰਜ ਨਹੀਂ। ਮੈਂ ਇਹ ਵੀ ਕਿਹਾ ਉਹਨੂੰ, ਤੂੰ ਚੁੱਪ ਕਰਕੇ ਮੈਨੂੰ ਅਨਾਥ ਆਸ਼ਰਮ ਕਿਉਂ ਨਹੀਂ, ਬਿਰਧ ਆਸ਼ਰਮ 'ਚ ਕਿਉਂ ਨਹੀਂ ਛੱਡ ਦਿੰਦਾ? ਨਾਲੇ ਉੱਥੇ ਮੇਰਾ ਖਰਚਾ ਕਰੇਗਾ, ਨਾਲੇ ਮੈਨੂੰ ਸੇਵਾ ਕਰੇਗਾ, ਮੈਨੂੰ ਉੱਥੇ ਆਸ਼ਰਮ 'ਚ ਛੱਡ ਦੇ ਭਰਾਵਾ ਤੂੰ। ਅਸ਼ਵਨੀ ਜੀ ਉਸ ਲਈ ਜੰਮੇ ਹੀ ਨਹੀਂ ਸੀ ਜਿਸ ਟਾਈਮ ਮੈਂ ਜਨ ਸੰਘ ਦਾ ਜਨਰਲ ਸੈਕਟਰੀ ਸੀਗਾ। ਮੈਂ ਗਾੜੀਏ ਤੇ ਚੌਂਕ 'ਚ ਭਾਸ਼ਣ ਦਿੰਦਾ ਸੀ, ਭਾਸ਼ਣ ਇੰਨਾ ਜੋਸ਼ ਦਾ ਦਿੱਤਾ ਸੀ ਕਿ ਉਸੇ ਵੇਲੇ ਚੁੱਪ ਕਰਕੇ ਪੁਲਿਸ ਮੈਨੂੰ ਥਾਣੇ ਲੈ ਜਾਂਦੀ, ਉੱਥੇ ਅੰਦਰ ਬਾਹਰ ਕਰਨੀ ਸੀ। ਮੈਂ ਦਰੀਆਂ ਵਿਛਾਉਂਦਾ ਸੀਗਾ, ਮਾਈਕ ਤੇ ਬੋਲਦਾ ਸੀਗਾ, ਤੇ ਕਾਂਗਰਸੀ ਲੋਕੀ ਮੇਰੀਆਂ ਦਰੀਆਂ ਚੁੱਕ ਕੇ ਲੈ ਜਾਂਦੇ ਸੀ, ਲਾਊਡ ਸਪੀਕਰ ਚੁੱਕ ਲੈ ਜਾਂਦੇ। ਮੈਂ ਕਿਹਾ ਕੋਈ ਪਰਵਾਹ ਨਹੀਂ ਹੈ, ਇੱਕ ਦਿਨ ਇਹੀ ਕਾਂਗਰਸੀ ਲੋਕੀ ਮੇਰੇ ਥੱਲੇ ਦਰੀਆਂ ਵਿਛਾਣਗੇ, ਮੇਰੇ ਲਾਊਡ ਸਪੀਕਰ ਵਾਪਸ ਲਿਆਉਣਗੇ। ਇਹ ਗੁਰਦਾਸਪੁਰ, ਫਤਿਹਗੜ੍ਹ, ਚੂੜੀਆਂ ਤੋਂ ਲੈ ਕੇ ਦੁਨੇਰਾ ਤੱਕ ਦੀ ਕਾਂਸਟੀਚੁਐਂਸੀ ਪੈਦਲ ਚੱਲ ਕਰਕੇ ਮਾਸਟਰ ਮੋਹਨ ਲਾਲ ਨਹੀਂ ਦੇਖੀ ਹੈ, ਕਿ ਹੋਰ ਨੇ ਨਹੀਂ ਦੇਖੀ। ਮੈਂ ਤੇ ਦਰਦ ਸੇ ਹੈ ਭਰਾ, ਮੈਨੂੰ ਤੇ ਕੋਈ ਕਾਰਜਕਰਤਾ ਛੱਡ ਕੇ ਜਾਂਦਾ ਤੇ ਮੈਨੂੰ ਤੇ ਰੋਣ ਲੱਗ ਪੈਂਦਾ। ਮੈਂ ਤੇ ਅੰਦਰ ਵੜ ਕੇ ਰੋਣਾ, ਦਰਵਾਜ਼ਾ ਬੰਦ ਕਰਕੇ ਨਾ ਕੰਧਾਂ ਨਾਲ ਟੱਕਰਾਂ ਮਾਰ ਕੇ ਰੋਣ ਲੱਗ ਪੈਂਦਾ ਮੈਂ। ਅੱਛਾ, ਕੀ ਕਰੀਏ ਹੁਣ? ਇਹ ਤਾਂ ਸੋਚਣਾ ਅਸ਼ਵਨੀ ਸ਼ਰਮਾ ਨੇ ਹੈ। ਇੱਕ ਤੋਂ ਇਸ ਤੋਂ ਪਹਿਲਾਂ ਜਿਹੜਾ ਪ੍ਰਧਾਨ ਬਣਿਆ ਸੀ ਨਾ ਜੀ, ਕੀ ਨਾਂ ਸੀ ਉਹਨਾਂ ਦਾ? ਸ਼ਵੇਤ ਮਲਿਕ। ਉਹਨਾਂ ਨੂੰ ਸੋਚਣਾ, ਮੈਨੂੰ ਨਹੀਂ ਸੋਚਣਾ। ਸ਼ਵੇਤ ਮਲਿਕ ਸੋਚੇ, ਅਸ਼ਵਨੀ ਸੋਚੇ। ਔਰ ਅੱਜ ਸਭ ਤੋਂ ਜ਼ਿਆਦਾ ਅਗਰ ਪਾਰਟੀ 'ਚ ਨਜ਼ਦੀਕ ਮਦਨ ਮਿੱਤਲ ਹੈ ਅਸ਼ਵਨੀ ਦੇ, ਉਹ ਸੋਚਣ। ਮੇਰੇ ਤੇ ਸੋਚਣ ਦਾ ਵਿਸ਼ਾ ਨਹੀਂ ਹੈਗਾ। ਨਹੀਂ ਮਾਸਟਰ ਜੀ, ਗੱਲ ਇਹ ਹੈ ਨਾ, ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਸਿੰਚਿਆ ਪਾਰਟੀ ਨੂੰ, ਮੈਂ ਤਾਂ ਕਰਕੇ ਤੁਹਾਡੇ ਤੋਂ ਸਵਾਲ ਪੁੱਛ ਰਿਹਾ। ਤੁਸੀਂ ਪੰਜਾਬ ਦੇ ਵਿੱਚ ਸਿੰਚਿਆ ਪਾਰਟੀ ਨੂੰ, ਖੜੇ ਕਰਨ ਵਾਲੇ ਤੁਸੀਂ ਹੋ ਪੰਜਾਬ ਦੇ ਵਿੱਚ, ਜਿਹੜੇ ਪੁਰਾਣੇ ਲੀਡਰ ਆ। ਪਰ ਤੁਸੀਂ ਕਹਿ ਰਹੇ ਹੋ ਕਿ ਕਹਿ ਦਿੱਤਾ ਗਿਆ ਕਿ 12 ਸਾਲਾਂ ਲਈ ਹੁਣ ਠੀਕ ਹੈ, ਘਰੇ ਬੈਠ ਜਾਓ। ਇਹ ਫਿਰ ਅਣਦੇਖੀ ਹੋ ਰਹੀ ਹੈ ਬੀਜੇਪੀ ਦੇ ਸੀਨੀਅਰ ਆਗੂਆਂ ਦੀ ਪੰਜਾਬ ਦੇ ਵਿੱਚ, ਇਹੀ ਕਿਹਾ ਜਾ ਸਕਦਾ ਸਿੱਧੇ ਤੌਰ ਤੇ? ਕਿਉਂਕਿ ਜਿਹੜੇ ਲੋਕ ਖੜੇ ਕਰਨ ਵਾਲੇ ਪਾਰਟੀ ਨੂੰ, ਉਹ ਤਾਂ ਖੁੱਡੇ ਲਾਈਨ ਲਾਏ ਹੋਏ ਨੇ। ਇਹਦੇ ਤੇ ਅਸੀਂ ਹੁਣ ਸਵਾਲ ਥੋੜਾ ਕਰ ਸਕਦੇ ਹਾਂ, ਅਸੀਂ ਥੋੜਾ ਸਵਾਲ ਕਰ ਸਕਦੇ ਹਾਂ। ਇਹਦੇ ਤੁਹਾਡੇ ਵਰਗੇ ਜਿਹੜੇ ਜੈਨੂਇਨ ਪੱਤਰਕਾਰ ਨੇ, ਇਹ ਬੀਜੇਪੀ ਦੇ ਜਿਹੜੇ ਹੁਣ ਇਸ ਵੇਲੇ ਲੀਡਰ ਨੇ, ਉਹਨਾਂ ਦੀ ਕੋਰ ਗ੍ਰਿਪ ਹੈ, ਉਹਨਾਂ ਦਾ ਇੱਕ ਬੜਾ ਅੱਛਾ ਸਟਰਕਚਰ ਹੈ। ਇਹ ਉਹਨਾਂ ਤੋਂ ਪ੍ਰਸ਼ਨ ਕਰੋ ਨਾ ਜੀ, ਤੁਸੀਂ ਕੀ ਕਰ ਰਹੇ ਹੋ? ਉਹ ਇਹ ਕਹਿਣਗੇ ਕਿ ਦੇਖੋ ਜੀ ਮਾਸਟਰ ਜੀ ਤੇ ਉਮਰ ਹੋ ਗਈ ਹੁਣ ਤੇ
70 72 ਗਿਆ ਮਾਸਟਰ ਨੂੰ ਉੱਥੇ, ਉਹਦੀ ਜ਼ਰੂਰਤ ਹੀ ਕੀ ਹੈ ਸਾਨੂੰ? ਇਹ ਤੇ ਉਹੀ ਗੱਲ ਕਹਿਣਗੇ ਤੇ ਉਹ ਉੱਤਰ ਵੀ ਤੇ ਉਹੀ ਦੇ ਸਕਦੇ ਨੇ ਵਿਕਰਮ ਜੀ। ਤੁਸੀਂ ਦੇਖੋ, ਮੈਂ ਦੇਖਿਆ ਜਿੰਨੇ ਬੁੱਧੀਜੀਵੀ ਤੁਸੀਂ ਹੋ, ਮੈਨੂੰ ਲੱਗਦਾ ਛੋਟੀ ਉਮਰ ਦਾ ਕਾਕਾ ਤੂੰ ਵਿਕਰਮ ਇੰਨਾ ਸਿਆਣਾ ਮੁੰਡਾ ਹੈ ਤੂੰ, ਕਮਾਲ ਹੈ ਯਾਰ, ਇੰਨਾ ਸਿਆਣਾ ਮੁੰਡਾ ਸਿਆਣੀਆਂ ਗੱਲਾਂ ਕਰ ਰਿਹਾ ਹੈ, ਬਜ਼ੁਰਗਾਂ ਦੀ ਇੱਜ਼ਤ ਮਾਣ ਸਨਮਾਨ ਲਈ ਇੰਨਾ ਕੁਝ ਕਹਿ ਰਿਹਾ। ਜੋ ਇੱਕ ਮੇਰਾ ਅਗਲਾ ਸਵਾਲ ਇਹ ਹੈ ਕਿ ਇਹ ਤਾਂ ਤੁਹਾਨੂੰ ਮੰਨਣਾ ਪਊਗਾ ਕਿ ਖੇਤੀਬਾੜੀ ਅੰਦੋਲਨ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡੇ ਹਾਲਾਤ ਠੀਕ ਨਹੀਂ ਹੋਣਗੇ। ਮਾਸਟਰ ਜੀ, ਤੁਹਾਨੂੰ ਕੀ ਲੱਗਦਾ ਹਾਲਾਤ ਸੁਧਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ? ਖੇਤੀਬਾੜੀ ਕਾਨੂੰਨ ਦਾ ਹੱਲ ਹੋਊਗਾ ਕੋਈ? ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਹੈ, ਮਸਲੇ ਦਾ ਹੱਲ ਹੋਏਗਾ ਕੋਈ? ਵਿਕਰਮ ਜੀ ਮੇਰੇ ਛੋਟੇ ਵੀਰ, ਸਿਰਫ ਸਾਡੇ ਹੀ ਹਾਲਾਤ ਠੀਕ ਨਹੀਂ, ਬਾਕੀ ਪਾਰਟੀਆਂ ਦੇ ਕਿਹੜੇ ਹਾਲਾਤ ਹੈ? ਕਿਸਾਨਾਂ ਦੇ ਆਪਣੇ ਹਾਲਾਤ ਵੀ ਠੀਕ ਨਹੀਂ ਹੈਗੇ। ਸ਼ਡੂਨੀ ਦੇਖੋ, ਪੱਖੋਵਾਲ ਦੇਖੋ, ਇਹ ਸਾਰੇ ਜਿਹੜੇ ਨੇ ਜੀ ਕਿਸ ਪਾਸੇ ਜਾ ਰਹੇ ਨੇ? ਕਿਸਾਨਾਂ ਦੇ ਆਪਣੇ ਹਾਲਾਤ ਵੀ ਮਾੜੇ ਨੇ। ਇਹ ਕਿਸਾਨੀ ਅੰਦੋਲਨ ਸਮਾਜ ਲਈ ਵੀ ਗਲਤ ਜੇ, ਸਮਾਜ ਨੂੰ ਵੀ ਬੜਾ ਨੁਕਸਾਨ ਹੋ ਰਿਹਾ ਹੈ। ਬੀਜੇਪੀ ਨੂੰ ਤੇ ਨੁਕਸਾਨ ਹੋ ਹੀ ਰਿਹਾ ਹੈ, ਸਮਾਜ ਨੂੰ ਵੀ ਬੜਾ ਨੁਕਸਾਨ ਹੋ ਰਿਹਾ ਹੈ, ਦੇਸ਼ ਦੀ ਕੇਂਦਰ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਨੁਕਸਾਨ ਤੇ ਸਾਰਿਆਂ ਨੂੰ ਹੋ ਰਿਹਾ ਭਰਾਵਾ। ਇਹ ਕਿਸਾਨ ਹੁਣ ਜਿਹੜੇ ਜਲੰਧਰ ਮੇਨ ਹਾਈਵੇ ਬੰਦ ਕਰਕੇ ਬੈਠੇ ਨੇ 3 ਦਿਨ ਦਾ, ਇਹ ਹੁਣ ਮਿੱਲਾਂ ਦੀ ਫਰਜ਼ ਨਹੀਂ ਬਣਦਾ ਕਿ ਕਿਸਾਨਾਂ ਦੇ ਜਿਹੜੇ ਗੰਨਾ ਲਿਆ ਉਹਦੇ ਪੈਸੇ ਵਾਪਸ ਕਰਨ? ਕਿਸਾਨਾਂ ਦਾ ਕੀ ਦੋਸ਼ ਹੈ? ਉਹਨਾਂ ਨੇ ਆ ਕੇ ਕਿਸਾਨ ਜਿਹੜੇ ਬਹਿ ਗਏ ਨੇ ਸੜਕਾਂ ਦੇ ਉੱਤੇ, ਕਿਸਾਨਾਂ ਦਾ ਪੈਸਾ ਦੇਣਾ ਮਿੱਲਾਂ ਵਾਲੇ ਲੈ ਕਰਕੇ ਬਹਿ ਗਏ ਨੇ ਕਿ ਉਹਨਾਂ ਦੇ ਵਿਚਾਰਿਆਂ ਦਾ ਜਿਹੜੇ ਉਹਨਾਂ ਨੇ ਮਿਹਨਤ ਦੀ, ਇੰਨੀ ਮਿਹਨਤ ਮੁਸ਼ੱਕਤ ਕਰਕੇ ਪਸੀਨਾ ਬਹਾ ਕਰਕੇ ਗੰਨਾ ਪੈਦਾ ਕੀਤਾ ਹੈ, ਮਿੱਲਾਂ 'ਚ ਸੁੱਟਿਆ, ਮਿੱਲਾਂ ਦੇ ਪੈਸੇ ਨਾ ਦੇਣ, ਔਰ ਸਰਕਾਰ ਕਾਂਗਰਸੀ ਹੋਵੇ। ਕਾਂਗਰਸ ਕਰ ਕੀ ਰਹੀ ਹੈ? ਕਿਸਾਨ ਬਿਲਕੁਲ ਠੀਕ ਜਾਇਜ਼ ਰੋ ਰਿਹਾ ਜੀ, ਉਹਦੀ ਕੋਈ ਗੱਲ ਨਹੀਂ ਸੁਣ ਰਿਹਾ। ਇਹ ਗੱਲ ਮੈਂ ਠੀਕ ਕਰ ਰਿਹਾ। ਉਹਨਾਂ ਦਾ ਗੰਨਾ ਲੈ ਲਿਆ, ਪੈਸੇ ਨਹੀਂ ਦਿੱਤੇ ਉਹਨਾਂ ਨੂੰ, ਉਹ ਬੈਠੇ ਸੜਕਾਂ ਤੇ, ਦਿਓ ਪੈਸੇ। ਦੇਖੋ ਮੈਂ ਵਿਕਰਮ ਬੜੇ ਅਦਬ ਨਾਲ ਕਹਿ ਰਿਹਾ, ਕਿਸਾਨ ਅੰਦੋਲਨ ਦਾ ਸਮਾਜ ਨੂੰ ਬਹੁਤ ਨੁਕਸਾਨ ਹੋ ਰਿਹਾ, ਕਿਸਾਨ ਅੰਦੋਲਨ ਦਾ ਸਰਕਾਰ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਅੱਜ ਜਿਹੜੀ ਕਾਂਗਰਸ ਕਿਸਾਨਾਂ ਦੇ ਪਿੱਛੇ ਖੜੀ ਹੈ, ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਾਂਗਰਸ ਦੇ ਪਿੱਛੇ ਖੜਾ ਹੈ, ਅੱਜ ਆਪ ਵਾਲੇ ਬੜੇ ਕੁੱਦ ਕੇ ਪੈ ਰਹੇ ਨੇ। ਇਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਜੇ ਕਿਸਾਨਾਂ ਦਾ ਹਿਤੈਸ਼ੀ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਹੈ। ਔਰ ਕਿਸਾਨਾਂ ਨੂੰ ਮੈਂ ਅੱਜ ਵੀ ਤੁਹਾਡੇ ਦੁਆਰਾ ਬੇਨਤੀ ਕਰਨਾ ਚਾਹੁੰਦਾ, ਗੱਲਬਾਤ ਕਰੋ, ਰੱਦ ਕਰਾਓ ਕਾਨੂੰਨ ਟੇਬਲ ਤੇ ਬਹਿ ਕੇ। ਸਰਕਾਰ ਨੂੰ ਵੀ ਅੱਜ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ, ਸਰਕਾਰ ਕਿਸਾਨਾਂ ਨੂੰ ਬੇਗਾਨਾ ਨਾ ਸਮਝੇ। ਇਹ ਕਿਸਾਨ ਮੇਰੀ ਮਾਂ ਦਾ ਪੁੱਤ ਜੇ, ਮੇਰੀ ਮਾਂ ਦਾ ਪੁੱਤ ਕਿਸਾਨ। ਮੈਂ ਸਾਰੀ ਜ਼ਿੰਦਗੀ ਕਿਸਾਨੀ 'ਚ ਕੀਤੀ ਹੈ, ਮੇਰੀ ਜ਼ਮੀਨ ਵਿਕ ਗਈ ਬੱਚਿਆਂ ਨੂੰ ਪੜ੍ਹਾਉਂਦੇ। ਅੱਜ ਮੈਂ ਕਿਸਾਨਾਂ ਨੂੰ ਕਹਾਂਗਾ, ਜ਼ਿੱਦ ਛੱਡੋ, ਤੁਸੀਂ ਵੀ ਜਾ ਕੇ ਕੇਂਦਰ ਸਰਕਾਰ ਨਾਲ ਬੈਠੋ ਆਰਾਮ ਨਾਲ, ਉੱਥੇ ਜਾ ਕੇ। ਉਹ ਤਾਂ ਕਹਿੰਦੇ ਅਸੀਂ ਬੈਠਣਾ ਚਾਹੁੰਦੇ ਆ ਪਰ ਸਰਕਾਰ ਬੁਲਾ ਹੀ ਨਹੀਂ ਰਹੀ। ਨਹੀਂ ਜੀ, ਸਰਕਾਰ ਦੇ ਬੜੇ ਤੋਮਰ ਦਾ ਬਿਆਨ ਪੜੋ ਨਾ, ਕਿਸਾਨ ਆ ਜਾਣ ਮੇਰੇ ਨਾਲ ਬੈਠ ਜਾਣ। ਮੋਦੀ ਸਾਹਿਬ ਨੇ ਕਿਹਾ ਮੈਂ ਕਿਹੜੇ ਦੂਰ ਬੈਠਾ ਕਿਸਾਨਾਂ ਤੋਂ, ਆ ਜਾਣ ਮੇਰੇ ਨਾਲ। ਹੁਣ ਇਹ ਪੰਜਾਬ ਦੀ ਬੀਜੇਪੀ ਨੇ ਲੈ ਕੇ ਜਾਣਾ ਹੈ, ਮੈਂ ਨਹੀਂ ਲੈ ਕੇ ਜਾਣਾ। ਪੰਜਾਬ ਦੀ ਬੀਜੇਪੀ ਕਿਸਾਨਾਂ ਨੂੰ ਲੈ ਕੇ ਜਾਏ। ਕਿਸਾਨ ਦੇਖੋ, ਪੰਜਾਬ ਦੀ ਬੀਜੇਪੀ ਦਾ ਕੋਰ ਗਰੁੱਪ ਸਿੰਘੂ ਬਾਰਡਰ ਤੇ ਜਾਵੇ ਦਿੱਲੀ, ਹੱਥ ਜੋੜ ਕਰਕੇ ਕਿਸਾਨਾਂ ਦੇ ਅੱਗੇ ਹੋ ਜਾਏ ਖੜਾ। ਕਿਸਾਨਾਂ ਨੂੰ ਕਿਹਾ ਭਰਾਵਾ ਮਾਰ ਦਿਓ, ਜੋ ਗੋਲੀ ਮਾਰਨੀ ਹੈ ਮਾਰ ਦਿਓ, ਆਓ ਸਾਡੇ ਨਾਲ, ਜਿੱਥੇ ਚੱਲਣਾ ਤੁਹਾਡੀ ਗੱਲ ਅਸੀਂ ਕਰਾਨੇ ਆ। ਅਸੀਂ ਤੁਹਾਡੇ ਪੈਰੋਕਾਰ ਬਣਨੇ ਆ, ਜੋ ਤੁਸੀਂ ਕਹੋਗੇ ਮੇਰੇ ਨਾਲ ਸਾਡੇ ਨਾਲ ਚੱਲੋ, ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਬੈਠੇ ਆ। ਡਰਦੇ ਕਿਉਂ ਨੇ ਬੀਜੇਪੀ ਵਾਲੇ? ਡਰਦੇ ਕਿਉਂ ਨੇ? ਹੋਰ ਗਰੁੱਪ ਬੀਜੇਪੀ ਦਾ ਡਰਦਾ ਕਿਉਂ ਹੈ? ਜਾ ਕਰਕੇ ਸਿੰਘੂ ਬਾਰਡਰ ਤੇ ਬੈਠਣ, 2 ਲਾਠੀਆਂ ਖਾ ਲੈਣ। ਅਜੇ ਮੈਂ ਤੇ ਕਮਜ਼ੋਰ ਆ, ਮੈਂ 2 ਲਾਠੀਆਂ ਨਹੀਂ ਕਿਸਾਨਾਂ ਦੀਆਂ ਖਾ ਸਕਦਾ, ਪਰ ਅਸ਼ਵਨੀ ਤੇ ਅਜੇ ਜਵਾਨ ਹੈ, ਉਹਦੇ ਚ ਖਾ ਸਕਦਾ। ਲਾਠੀਆਂ 4 ਖਾ ਕਰਕੇ ਉਹ ਕਹੇ ਆਓ ਜੀ ਹੋਰ 4 ਲਾਠੀਆਂ ਮਾਰ ਲਓ, ਪਰ ਮੇਰੇ ਨਾਲ ਚੱਲੋ, ਮੈਂ ਤੁਹਾਡੀ ਗੱਲ ਮੋਦੀ ਨਾਲ ਕਰਾਂਗਾ। ਬੀਜੇਪੀ ਦਾ ਪ੍ਰਧਾਨ ਹੈ, ਬੀਜੇਪੀ ਦੀ ਕੋਰ ਕਮੇਟੀ ਹੈ। ਹਾਂਜੀ, ਏਡੇ ਵੱਡੇ ਦੇਖੋ ਜੀ, ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਅਨਿਲ ਸਰੀਨ, ਮਦਨ ਮੋਹਨ ਮਿੱਤਲ, ਗਰੇਵਾਲ ਔਰ ਸੁਰਜੀਤ ਜੈਣੀ, ਉਹ ਆਪਣੀ ਉਂਗਲ ਮੇਰੇ ਤੇ ਮੈਂ ਨਾ ਰੱਖਣ। ਉਹ ਕਹਿਣ ਕਿ ਮਾਸਟਰ ਹੀ ਦੁਸ਼ਮਣ ਹੈ। ਮੈਂ ਇਹ ਕਹਿਣਾ, ਤੁਸੀਂ ਕਿਸਾਨਾਂ ਦੇ ਹਮਦਰਦ ਬਣੋ, ਉਹਨਾਂ ਨੂੰ ਲੈ ਕੇ ਜਾਓ। ਇਹ ਗੱਲ ਨਾ ਕਰੋ ਕਿ ਕਿਸਾਨ ਸਾਡੀ ਗੱਲ ਨਹੀਂ ਸੁਣਦੇ। ਬਣਾਉਣਾ ਤੇ ਤੁਸੀਂ ਹੈ, ਅੰਦੋਲਨ ਤੁਹਾਡੇ ਖਿਲਾਫ ਹੈ। ਜੇ ਬੀਜੇਪੀ ਦੇ ਖਿਲਾਫ ਹੈ ਅੰਦੋਲਨ, ਤੇ ਬੀਜੇਪੀ ਦੇ ਲੋਕਾਂ ਨੇ ਮਨਾਉਣਾ ਕਿਸਾਨਾਂ ਨੂੰ, ਕਿੰਨੇ ਮਨਾਉਣਾ? ਹੋਰ ਕਿਸਾਨ ਕੋਈ ਬੇਗਾਨਾ ਹੈ? ਜੇ ਤੁਸੀਂ ਕਿਸਾਨਾਂ ਨੂੰ ਅੱਤਵਾਦੀ ਕਹੋ, ਕਿਸਾਨਾਂ ਨੂੰ ਤੁਸੀਂ ਉਗਰਵਾਦੀ ਕਹੋ, ਕਿਸਾਨਾਂ ਤੁਸੀਂ ਉਹ ਕੀ ਕਹਿੰਦੇ ਹੋ, ਇੱਕ ਸ਼ਬਦ ਬੋਲਿਆ ਸਾਡੀ ਉਹ ਕਿ ਬਈ ਉਹ ਕੀ ਯਾਰ, ਮੈਨੂੰ ਸ਼ਬਦ ਹੀ ਨਹੀਂ ਆਉਂਦਾ, ਪਤਾ ਨਹੀਂ ਹਿੰਦੀ ਦਾ ਐਡਾ ਔਖਾ ਸ਼ਬਦ ਮੈਨੂੰ ਆਉਂਦਾ ਹੀ ਨਹੀਂ।
ਇੱਕ ਅੰਦੋਲਨਜੀਵੀ ਵੀ ਕਿਹਾ ਸੀ ਦੇਸ਼ ਦੇ ਪ੍ਰਧਾਨ ਮੰਤਰੀ, ਕਹਿੰਦੇ ਕਿ ਇਹ ਤਾਂ ਅੰਦੋਲਨਜੀਵੀ ਜਿਹੜੇ ਨੇ। ਸ਼ਬਦ ਆਪਣੇ ਭਰਾ ਨੇ, ਕਿਸਾਨ ਆਪਣੇ ਭਰਾ ਨੇ, ਉਹਨਾਂ ਦੇ ਬਾਰੇ ਚ ਅਸੀਂ ਸ਼ਬਦ ਕਹਿ ਕੇ ਕੀ ਕਹਿਣਾ ਚਾਹੁੰਦੇ ਆ? ਕੱਲ ਉਹਨਾਂ ਨੂੰ ਹੀ ਕੰਮ ਲੈਣਾ, ਕੱਲ ਖੇਤਾਂ 'ਚ ਉਹਨਾਂ ਨੇ ਹੀ ਕੰਮ ਕਰਨਾ। ਕਮਿਊਨਿਸਟ ਨੇ ਤਾਂ ਵੀ ਆਪਣੇ, ਅੱਤਵਾਦੀ ਨੇ ਤਾਂ ਵੀ ਆਪਣੇ, ਹੈ ਤੇ ਕਿਸਾਨ ਹੈ ਨਾ। ਕਿਸਾਨ ਜਿਹੜੇ ਨੇ ਉਹਨਾਂ ਕੋਲ ਬੀਜੇਪੀ ਦਾ ਕੋਰ ਗਰੁੱਪ ਜਾਵੇ, ਉਹਨਾਂ ਨੂੰ ਕਹੇ ਚਲੋ ਬਈ ਤੁਸੀਂ ਜਿੱਤ ਗਏ, ਅਸੀਂ ਹਾਰ ਗਏ, ਪਰ ਇਹ ਹਾਰ ਜਿੱਤ ਕਿਸੇ ਦੀ ਨਹੀਂ। ਆਓ ਮੈਂ ਤੁਹਾਡੀ ਮੋਦੀ ਜੀ ਨਾਲ ਗੱਲ ਕਰਾਉਂਦੇ ਆ, ਆਓ ਤੁਸੀਂ ਸਾਡੇ ਨਾਲ, ਅਸੀਂ ਅਮਿਤ ਸ਼ਾਹ ਨਾਲ ਗੱਲ ਕਰਾਉਂਦੇ ਆ, ਆਓ ਤੁਸੀਂ ਸਾਡੇ ਨਾਲ, ਅਸੀਂ ਤੋਮਰ ਸਾਹਿਬ ਨਾਲ ਗੱਲ ਕਰਾਉਂਦੇ ਆ, ਆਓ ਜਿਹਦੇ ਨਾਲ ਕਹਿੰਦੇ ਹੋ ਪਿਊਸ਼ ਗੋਇਲ ਨਾਲ ਗੱਲ ਕਰਾਉਂਦੇ ਆ, ਆਓ ਤੁਸੀਂ ਜਿਹਦੇ ਨਾਲ ਕਹਿੰਦੇ ਅਸੀਂ ਗੱਲ ਕਰਾਉਂਦੇ ਆ। ਬੀਜੇਪੀ ਸਾਹਸ ਤੇ ਦੱਸੇ। ਮਾਸਟਰ ਜੀ ਇੱਕ ਚੀਜ਼ ਇਸ ਤੋਂ ਥੋੜਾ ਜਿਹਾ ਹਟ ਕੇ ਇੱਕ ਸਵਾਲ, ਮੇਰਾ ਆਖਰੀ ਸਵਾਲ ਹੈ ਕਿ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਦੁਬਾਰਾ ਕਦੇ ਅਲਾਈਅੰਸ ਹੁੰਦਾ ਹੋਇਆ ਨਜ਼ਰ ਆਏਗਾ? ਤੁਹਾਨੂੰ ਲੱਗਦਾ ਕਦੇ ਕਿ ਦੋਨੇ ਇਕੱਠੇ ਹੋਣਗੇ ਦੁਬਾਰਾ ਕਦੇ? ਅਕਾਲੀ ਕੋਈ ਬਗਾਨੇ ਨੇ? ਵਿਕਰਮ ਜੀ ਮੈਨੂੰ ਦੱਸਿਓ, ਸੁਖਵੀਰ ਮੇਰਾ ਸੱਕਾ ਭਰਾ ਜੇ, ਪੁੱਛ ਲਿਆ ਉਹਨੂੰ ਕਦੇ? ਮਜੀਠੀਆ ਮੇਰਾ ਸੱਕਾ ਭਰਾ ਹੈ, ਬਾਦਲ ਨੂੰ ਮੈਂ ਪਿਓ ਸਾਰੀ ਉਮਰ 1967 ਚ ਜਦੋਂ ਮੈਂ ਰਾਜਨੀਤੀ ਸ਼ੁਰੂ ਕੀਤੀ, 1966 ਚ ਰਾਜਨੀਤੀ ਦਾ ਪੂਰ ਬ੍ਰਿਕਸ਼ ਨੂੰ ਮੰਨਿਆ ਸੀਗਾ। ਅਸੀਂ ਕੱਲ ਇਕੱਠੇ ਹੋ ਸਕਦੇ ਹਾਂ, ਭਰਾ ਭਰਾ ਦੇ ਵਿੱਚ। ਕੱਲ ਜਿਹੜੇ ਵਿਛੜੇ ਭਰਾ ਨੇ ਕੱਲ ਇਕੱਠੇ ਹੋ ਜਾਣਾ, ਬੀਜੇਪੀ ਦੇ ਅਕਾਲੀਆਂ ਨੇ ਫਿਰ ਇਕੱਠੇ ਹੋ ਜਾਣਾ। ਦੇਖੋ ਬਹੁਜਨ ਸਮਾਜ ਪਾਰਟੀ ਦਾ ਅਲਾਈਅੰਸ ਕੋਈ ਨੈਚੁਰਲ ਅਲਾਈਅੰਸ ਥੋੜਾ ਹੈਗਾ। ਬਹੁਜਨ ਸਮਾਜ ਪਾਰਟੀ ਨੇ ਬੀਜੇਪੀ ਨਾਲ ਅਲਾਈਅੰਸ ਕੀਤਾ, ਛੱਡ ਗਈ। ਹਾਂਜੀ, ਸਮਤਾ ਪਾਰਟੀ ਨਾਲ ਕੀਤਾ, ਛੱਡ ਗਈ। ਕਾਂਗਰਸ ਨਾਲ ਅਲਾਈਅੰਸ ਕੀਤਾ, ਛੱਡ ਗਈ। ਬਹੁਜਨ ਸਮਾਜ ਪਾਰਟੀ ਕੋਈ ਇੱਕ ਜਗ੍ਹਾ ਤੇ ਖੜੀ ਹੋਣ ਵਾਲੀ ਪਾਰਟੀ ਥੋੜੀ ਹੈ। ਅੱਛਾ ਦੇਖ ਲੈਣਾ ਤੁਸੀਂ, ਜਾਂ ਤੇ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਦਾ ਅਲਾਈਅੰਸ ਇਲੈਕਸ਼ਨ ਤੋਂ ਪਹਿਲਾਂ ਟੁੱਟ ਜਾਊਗਾ ਜਾਂ ਇਲੈਕਸ਼ਨ ਤੋਂ ਬਾਅਦ ਟੁੱਟ ਜਾਊਗਾ। ਇਹਨਾਂ ਨੇ ਇਕੱਠੇ ਥੋੜੇ ਰਹਿਣਾ। ਨੈਚੁਰਲ, ਸੁਭਾਵਿਕ, ਕੁਦਰਤੀ, ਦੇਸ਼ ਦੇ ਹਿੱਤ, ਪੰਜਾਬ ਦੇ ਹਿੱਤ ਅਗਰ ਕੋਈ ਅਲਾਈਅੰਸ ਕੰਮ ਕਰ ਸਕਦਾ ਹੈ, ਉਹ ਹੈ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਹੈ। ਪਰ ਅੱਜ ਤਾਂ ਨਿਸ਼ਾਨੇ ਬੜੇ ਤਿੱਖੇ ਤਿੱਖੇ ਸਾਧੇ ਜਾ ਰਹੇ ਨੇ ਇੱਕ ਦੂਜੇ ਤੇ। ਸੁਖਬੀਰ ਬਾਦਲ ਹੁਣੀ ਨਿਸ਼ਾਨਾ ਸਾਧ ਰਹੇ ਨੇ, ਸਿੱਧਾ ਤਿੱਖੇ ਸ਼ਬਦਾਂ ਦੇ ਵਿੱਚ ਹਮਲਾ ਕਰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬੀਜੇਪੀ ਦੇ ਆਗੂਆਂ ਤੇ। ਫਿਰ ਉਹ ਹਾਲਾਤ ਕਿੱਦਾਂ ਬਣਨਗੇ, ਦਿਲ ਕਿੱਦਾਂ ਮਿਲਣਗੇ? ਵਿਕਰਮ ਨੇ ਪਾਰਟੀ ਨਹੀਂ ਚਲਾਣੀ, ਸ਼੍ਰੋਮਣੀ ਅਕਾਲੀ ਦਲ ਨਹੀਂ ਚਲਾਣਾ। ਉਹ ਸਾਡਾ ਵਿਰੋਧ ਨਹੀਂ ਕਰੇਗਾ ਤੇ ਕੀ ਕਰੇਗਾ? ਕਾਂਗਰਸ ਦਾ ਵਿਰੋਧ ਸੁਖਬੀਰ ਨਹੀਂ ਕਰੇਗਾ ਤੇ ਕੀ ਕਰੇਗਾ? ਉਹਦਾ ਫਰਜ਼ ਬਣਦਾ ਇਸ ਵੇਲੇ। 2022 ਦੀਆਂ ਚੋਣਾਂ ਸਾਹਮਣੇ ਨੇ, ਉਹਦਾ ਫਰਜ਼ ਬਣਦਾ ਹੈ। ਜਿੰਨੀਆਂ ਗਾਲਾਂ ਬੀਜੇਪੀ ਨੂੰ ਕੱਢੇਗਾ, ਉਨੇ ਹੀ ਉਹਦੇ ਸਾਥੀ ਦੇ ਨਾਲ ਜੁੜਨਗੇ। ਜਿੰਨਾ ਬਹੁਜਨ ਕਾਂਗਰਸ ਦੇ ਖਿਲਾਫ ਜਾਏਗਾ ਔਰ ਲੋਕੀ ਉਹਦੇ ਨਾਲ ਜੁੜਨਗੇ, ਜਿੰਨੇ ਆਪ ਦੇ ਖਿਲਾਫ ਜਾਂ ਸੁਖਬੀਰ ਬਾਦਲ ਤੇ ਮਜੀਠੀਆ ਬੋਲਣਗੇ, ਲੋਕੀ ਉਹਦੇ ਨਾਲ ਜੁੜਨਗੇ। ਫਿਰ ਮੈਂ ਅੱਜ ਫਿਰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ, ਮੇਰੀ ਆਖਰੀ ਗੱਲ ਸੁਣ ਲਿਓ। ਮੈਂ ਢੀਂਡਸਾ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ, ਬ੍ਰਹਮਪੁਰਾ ਨੂੰ ਵੀ ਕਹਿਣਾ ਚਾਹੁੰਦਾ, ਸੇਵਾ ਸਿੰਘ ਸ਼ੇਖਵਾਨ ਨੂੰ ਵੀ ਕਹਿਣਾ ਚਾਹੁੰਦਾ, ਅਗਰ ਕਾਂਗਰਸ ਵਰਗੀ ਜਮਾਤ ਨੂੰ, ਜੋ ਕਰਪਟ ਜਮਾਤ ਹੈ ਜਿਸਨੇ ਦੇਸ਼ ਦਾ ਬੇੜਾ ਗਰਕ ਕੀਤਾ, ਉਹਦੇ ਖਿਲਾਫ ਇਕੱਠੇ ਹੋ ਕੇ ਲੜੋਗੇ ਤੇ ਲੜ ਲਓ, ਠੀਕ ਰਹੋਗੇ। ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਜੇ। ਇਹ ਸੋਚ ਕੇ ਚੱਲੇ ਸੁਖਬੀਰ ਬਾਦਲ ਤੇ ਮਜੀਠੀਆ। ਦੁਸ਼ਮਣ ਨਹੀਂ ਹੈਗੀ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਦੁਸ਼ਮਣ ਹੈ ਕਾਂਗਰਸ, ਉਹਨਾਂ ਦੀ ਦੁਸ਼ਮਣ ਹੈ ਆਪ, ਉਹਨਾਂ ਦੇ ਦੁਸ਼ਮਣ ਹੈ ਬਹੁਜਨ ਸਮਾਜ ਪਾਰਟੀ, ਉਹਨਾਂ ਦੀ ਦੁਸ਼ਮਣ ਹੈ ਬਾਕੀ ਚ ਪਾਰਟੀਆਂ। ਹਾਂਜੀ, ਇਸ ਕਰਕੇ ਮੈਂ ਢੀਂਡਸਾ ਜੀ ਨੂੰ ਵੀ, ਸੇਵਾ ਸਿੰਘ ਸ਼ੇਖਵਾਨ ਨੂੰ ਵੀ, ਬ੍ਰਹਮਪੁਰਾ ਨੂੰ, ਅਗਰ ਕਾਂਗਰਸ ਦੇ ਖਿਲਾਫ ਤੁਸੀਂ ਲੜੋਗੇ, ਇਕੱਠੇ ਹੋ ਕੇ ਲੜੋ। ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੁਸੀਂ ਲੜੋਗੇ, ਤੁਸੀਂ ਆਪਣਾ ਨੁਕਸਾਨ ਕਰੋਗੇ। ਆਪਣਾ ਨੁਕਸਾਨ ਕਾਲੀ ਪਾਰਟੀ ਕਰੇਗੀ ਜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤਿੱਖੇ ਬਿਆਨ ਦੇਗੀ, ਲੜੇਗੀ। ਦੋਸਤੀ ਕਹਿੰਦੇ ਨਾ, ਹਮਲੇ ਇੰਨੇ ਚੰਗੇ, ਇੰਨੇ ਤਗੜੇ ਨਾ ਕਰੋ ਕਿ ਕੱਲ ਤੁਹਾਨੂੰ ਹੱਥ ਮਿਲਾਉਣ ਦੀ ਸ਼ਰਮ ਆਵੇ। ਇੰਨੀ ਦੂਰ ਨਾ ਜਾਓ ਕਿ ਕੱਲ ਹੱਥ ਮਿਲਾਉਣ ਚ ਤੁਹਾਨੂੰ ਸ਼ਰਮ ਆਵੇ। ਦੋਸਤੀ ਜਿਹੜੀ ਹੈ ਨਾ ਜੀ, ਉਹਨੂੰ ਇੰਨੇ ਤਿੱਖੇ ਸ਼ਬਦਾਂ ਚ ਨਾ ਛੱਡੋ ਕਿ ਕੱਲ ਹੱਥ ਮਿਲਾਉਣ ਚ ਐਸੀ ਕੋਸ਼ਿਸ਼ ਕਰਦੇ ਰਹੋ ਕਿ ਕੱਲ ਦਿਲ ਵੀ ਮਿਲ ਜਾਣ। ਦਿਲਾਂ ਤੋਂ ਦੂਰ ਨਾ ਹੋ। ਸੋ ਸਾਡੀ ਕੋਸ਼ਿਸ਼ ਸੀ ਕਿ ਮਾਸਟਰ ਮੋਹਨ ਲਾਲ ਹੁਣੀ ਜਿਹੜੇ ਇੱਕ ਸਾਈਡ ਤੇ ਲਾ ਕੇ ਬਿਠਾਏ ਹੋਏ ਨੇ ਹੁਣ ਬੀਜੇਪੀ ਨੇ, ਉਹਨਾਂ ਨਾਲ ਵੀ ਚਰਚਾ ਹੋਵੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋਵੇ। ਤਾਂ ਮਾਸਟਰ ਮੋਹਨ ਲਾਲ ਹੁਣੀ ਸਾਡੇ ਨਾਲ ਜੁੜੇ ਪ੍ਰੋ ਪੰਜਾਬ ਟੀਵੀ ਤੇ। ਮਾਸਟਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਮਾਸਟਰ ਮੋਹਨ ਲਾਲ ਹੁਣੀ ਕਹਿ ਰਹੇ ਨੇ ਕਿ ਤਮਾਮ ਜੋ ਵੀ ਹੋ ਰਿਹਾ, ਇਹਨਾਂ ਮਸਲਿਆਂ ਨੂੰ ਸੁਲਝਾਉਣਾ ਚਾਹੀਦਾ ਬਹੁਤ ਜਲਦੀ, ਔਰ ਤਾਂ ਹੀ ਚੀਜ਼ਾਂ ਠੀਕ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ। ਕਿਸਾਨ ਅੰਦੋਲਨ ਨੂੰ ਲੈ ਕੇ ਮਾਸਟਰ ਮੋਹਨ ਲਾਲ ਹੁਣਾਂ ਨੇ ਆਪਣੀ ਰਾਏ ਰੱਖੀ ਹੈ। ਉਹਨਾਂ ਨੇ ਕਿਹਾ ਕਿ ਸਭ ਕੁਝ ਜਲਦੀ ਠੀਕ ਹੋਣਾ ਚਾਹੀਦਾ ਤੇ ਪ੍ਰਧਾਨ ਅਸ਼ਵਨੀ ਸ਼ਰਮਾ ਹੁਣਾਂ ਨੂੰ ਵੀ ਕਿਹਾ ਕਿ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਕਰਵਾਓ ਤਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਹਾਲਾਤ ਠੀਕ ਹੁੰਦੇ ਹੋਏ ਨਜ਼ਰ ਆਉਣ ਤੇ ਨਾਲ ਹੀ
एक गल होर कही है कि अकाली दल ते बीजेपी का अलायंस ही पंजाब का भला कर सकता है। ये गल भी मास्टर मोहन लाल होनी कह रहे हैं, पर जिस तरह एक दूजे ते तिखे हमले हो रहे हैं लगता नहीं कि बीजेपी कदे अकाली दल दे नाल इकट्ठियां होएगी। पर मास्टर मोहन लाल होनी सीधे तौर पर गल कह रहे हैं, विच दर्द भी छलक रहा सी उन्हां दा कि किस तरह जिन्हां ने दिन रात एक करके पार्टी ਨੂੰ खड़े करने की कोशिश की पंजाब ਦੇ ਵਿੱਚ ਉਹਨਾਂ ਲੋਕਾਂ ਨੂੰ ਅੱਜ ਸਾਈਡ ਤੇ ਲਾ ਕੇ ਬਿਠਾਇਆ ਹੋਇਆ। ਇਹਨਾਂ ਸਾਰੀਆਂ ਚੀਜ਼ਾਂ ਦਾ ਮਲਾਲ ਵੀ ਹੈਗਾ, ਪਰ ਮਾਸਟਰ ਮੋਹਨ ਲਾਲ ਹੁਣੀ ਕਹਿ ਰਹੇ ਨੇ ਕਿ ਬੀਜੇਪੀ ਦੇ ਸੱਚੇ ਸਿਪਾਹੀ ਆ, ਬੀਜੇਪੀ ਦੇ ਵਿੱਚ ਰਹਾਂਗੇ ਸਦਾ ਹੀ। ਔਰ ਇੱਕ ਚੀਜ਼ ਹੋਰ ਹੈ, ਕਿਉਂਕਿ ਅਨਿਲ ਜੋਸ਼ੀ ਹੁਣੀ ਪਾਰਟੀ ਛੱਡ ਕੇ ਚਲੇ ਗਏ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਪੋਲੀਟੀਕਲ ਸੁਸਾਈਡ ਕੀਤਾ। ਅਨਿਲ ਜੋਸ਼ੀ ਹੁਣਾਂ ਨੇ तमाम ਚੀਜ਼ਾਂ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ ਔਰ ਕੋਸ਼ਿਸ਼ ਇਹੋ ਸੀਗੀ ਕਿ ਪੱਖ ਸਾਹਮਣੇ ਆਉਣਾ ਚਾਹੀਦਾ ਕਿ ਬੀਜੇਪੀ ਦੇ ਆਗੂ ਬੀਜੇਪੀ ਦੀਆਂ तमाम ਚੀਜ਼ਾਂ ਨੂੰ ਲੈ ਕੇ ਬੀਜੇਪੀ 'ਚ ਜੋ ਕੁਝ ਚੱਲ ਰਿਹਾ ਹੈ, ਜੋ ਪੰਜਾਬ ਦੇ ਹਾਲਾਤ ਨੇ, ਇਹਨਾਂ ਚੀਜ਼ਾਂ ਨੂੰ ਲੈ ਕੇ ਸੋਚਦੇ ਕੀ ਨੇ। ਔਰ ਨਾਲ ਹੀ ਇਹਨਾਂ ਨੇ ਪਾਰਟੀ ਹਾਈਕਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਪਾਰਟੀ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਪ੍ਰਸਾਰ ਵੀ ਕਰ ਸਕੇ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।